ट्रैवलिंग करदा ते ओदे तो बाद फ्रेश रहना एदा राज की है? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। फोन नंबर 661 797 2354। USA ਦੀ one of the biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਹਾਏ, ਮੈਂ ਵਿਆਹ ਵਾਸਤੇ ਕਿੰਨੀ ਸ਼ਾਪਿੰਗ ਕਰਨੀ ਸੀ। ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਵਾਲੇ ਸੈੱਟ, ਲਾਈਟ ਵੇਟ ਸੈੱਟ, ਲੈਣ ਦੇਣ ਨੂੰ ਕੜੇ, ਚੂੜੀਆਂ, ਨਗਾਂ ਵਾਲੀਆਂ ਮੁੰਦਰੀਆਂ, ਝੁਮਕੇ ਵਾਲੀਆਂ। ਹਾਏ, ਮੈਂ ਕਿੱਥੇ ਜਾਵਾਂਗੀ। ओ जी, तुसी सिद्धा AC ज्वेलर जाओ, ਜਿਨ੍ਹਾਂ ਕੋਲ ਨੇ 22 ਕੈਰਟ 골ਡ ਦੇ ਗਹਿਣਿਆਂ ਦੀ ਲੇਟੈਸਟ ਤੇ ਲਾਰਜ ਵੈਰਾਈਟੀ, ਔਰਤਾਂ, ਮਰਦਾਂ ਤੇ ਬੱਚਿਆਂ ਲਈ। AC ਜੁਐਲਰਸ ਤੋਂ ਤੁਸੀਂ ਸਿਲਵਰ, ਡਾਇਮੰਡ ਜੁਐਲਰੀ ਵੀ ਲੈ ਸਕਦੇ ਹੋ। AC ज्वेलर ਤੇ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਸਾਈਜ਼ ਅਤੇ ਤੁਹਾਡੇ ਪਸੰਦ ਦੇ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਨੇ। AC ज्वेलर ਤੋਂ ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ। 24 ਕੈਰਟ ਦੇ 골ਡ ਬਿਸਕਟ ਖਰੀਦ ਅਤੇ ਵੇਚ ਵੀ ਸਕਦੇ ਹੋ। 25416 104th ਐਵਨਿਊ, ਸਾਊਥ ਈਸਟ ਕੈਂਟ। ਕਾਲ 253 656 2668 यानी 2536562666। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਮੇਰੇ ਵੀ ਮਨ 'ਚ ਇੱਕ ਅੱਜ ਗੱਲ ਆਈ ਜੀ। ਮੇਰੇ ਕਈ ਥਾਵਾਂ ਦੇ ਉੱਤੇ ਮੈਂ ਦੇਖਿਆ, ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੋਵੇ, ਭਾਵੇਂ ਉਹ IAS DC ਦਫ਼ਤਰ ਹੋਵੇ ਜਾਂ SSP ਦਾ ਦਫ਼ਤਰ ਹੋਵੇ, DIG ਦਾ ਹੋਵੇ ਜਾਂ ਮੰਤਰੀਆਂ ਦੇ ਦਫ਼ਤਰ ਹੋਣ ਜਾਂ ਸੈਕਟਰੀਏਟ ਦੇ ਵਿੱਚ ਹੋਣ, ਸਰਕਾਰਾਂ ਬਦਲ ਜਾਂਦੀਆਂ ਨੇ, ਉਹ ਬੰਦੇ ਨਹੀਂ ਬਦਲਦੇ। ਦਾਨੇਲੀਆ ਸਾਹਿਬ, ਮੈਂ ਤੁਹਾਨੂੰ 2 ਮਿਸਾਲਾਂ ਦੇਣੀਆਂ ਚਾਹੂੰਗਾ। 1967 ਦੇ ਵਿੱਚ ਜਦੋਂ ਪਹਿਲੇ ਨਵੇਂ ਪੰਜਾਬ ਦੀਆਂ ਪਹਿਲੀਆਂ ਚੋਣਾਂ ਹੁੰਦੀਆਂ ਰੀਆਰਗਨਾਈਜੇਸ਼ਨ ਤੋਂ ਪਿੱਛੋਂ, ਕਿਉਂਕਿ 1 ਨਵੰਬਰ 1966 ਨੂੰ ਨਵਾਂ ਪੰਜਾਬ ਹੋਂਦ ਵਿੱਚ ਆਇਆ ਸੀ, ਜਿਹਨੂੰ ਅਸੀਂ ਪੰਜਾਬੀ ਸੂਬਾ ਵੀ ਕਹਿ ਦਿੰਦੇ। 67 ਦੇ ਵਿੱਚ ਹੁੰਦੀਆਂ ਚੋਣਾਂ ਜੀ। ਇੱਥੇ ਚੋਣਾਂ ਦੇ ਵਿੱਚ ਉਸ ਵੇਲੇ 67 ਦੇ ਵਿੱਚ ਜਿਹੜੇ ਬੰਦੇ ਖੜੇ ਹੁੰਦੇ ਹੈ, ਉਹਨਾਂ ਦੇ ਵਿੱਚੋਂ ਇੱਕ ਫਕੀਰ ਚੰਦ ਗੁਪਤਾ ਸੀ ਤੇ ਇੱਕ ਸੀ ਹਰਬੰਸ ਲਾਲ ਜੀ। ਫਕੀਰ ਚੰਦ ਗੁਪਤਾ ਜਿੱਤ ਗਿਆ ਸੀ, ਉਸ ਤੋਂ ਬਾਅਦ ਉਹ ਸਰਕਾਰ ਚੱਲ ਵਸੀ, ਟੁੱਟ ਗਈ ਵਿਚਾਲੇ, ਲਛਮਣ ਸੋਗਲ ਕੁਛ ਕਰ ਗਿਆ ਸੀ, ਹੇਰਾ ਫੇਰੀ ਜੀ। ਜੀ ਜੀ। ਤੇ ਫਿਰ ਦੂਜੀਆਂ ਚੋਣਾਂ ਹੁੰਦੀਆਂ 1969 'ਚ। ਅੱਛਾ ਜੀ। 1969 ਦੇ ਵਿੱਚ ਅਕਾਲੀ ਦਲ ਨੇ ਇੱਥੋਂ ਸਾਂਝੇ ਮੋਰਚੇ ਵੱਲੋਂ ਟਿਕਟ ਦਿੱਤੀ ਸੀ ਸਰਦਾਰ ਤੇਜਾ ਸਿੰਘ ਢਿੱਲੋਂ ਨੂੰ, ਬਠਿੰਡੇ ਤੋਂ। ਤੇਜਾ ਸਿੰਘ ਢਿੱਲੋਂ ਹੋਣੀ ਜਿਹੜੇ ਹੈ ਪਿੰਡ ਉਹਨਾਂ ਦਾ ਸਿੰਘੇ ਵਾਲਾ ਜੀ, ਲੰਬੀ ਹਲਕੇ 'ਚ। ਲੰਬੀ ਹਲਕੇ ਦੇ ਵਿੱਚ ਸਿੰਘੇ ਵਾਲਾ ਪਿੰਡ ਹੈ। ਬਾਦਲ ਪਰਿਵਾਰ ਦੇ ਬਹੁਤ ਕਰੀਬ ਹੁੰਦੇ ਸੀ ਔਰ ਉਹ ਜਿੱਤ ਵੀ ਗਏ ਤੇ ਹੈਲਥ ਮਿਨਿਸਟਰ ਵੀ ਬਣ ਗਏ ਸੀ ਜੀ। ਆ ਜਿਹੜਾ ਤੁਹਾਡਾ
ਹੈਲਥ ਵਾਲਾ- ਤੇ PWD 2 ਸੀ ਉਹਨਾਂ ਹਾਂਜੀ ਕੋਲ। ਆ ਜਿਹੜਾ ਤੁਹਾਡਾ ਹੈ ਨਾ ਸਿਵਲ ਲਾਈਨ ਕਲੱਬ, ਹਾਂਜੀ ਹਾਂਜੀ ਇਹ ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ, ਲਾਇਬ੍ਰੇਰੀ ਕਹਿੰਦੇ ਸੀ ਇਹਨੂੰ ਪਹਿਲਾਂ, ਇਹ ਨਾ ਹੀ ਇਹਦਾ ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ ਸੀ। ਅੱਜ ਵੀ ਹਾਂਜੀ ਅੱਜ ਵੀ ਇਹਦੀ ਮੇਨ ਤਾਂ ਉਹੀ ਹੈ ਨਾ, ਉਹੀ ਹੈ। ਹਾਂ, ਇਹ ਉਹਨਾਂ ਦਾ ਬਣਾਇਆ ਹੋਇਆ ਸੀ, ਉਹਨਾਂ ਦਾ ਘਰ ਇੱਥੇ ਨੇੜੇ ਸੀ ਤੇ ਫਿਰ ਇਹਨੂੰ ਇਹ ਕਲੋਨੀ ਉਹਨਾਂ ਨੇ ਕਟਵਾਈ ਸੀ ਜੀ। ਹਾਂ ਇਹ ਸਿਵਲ ਲਾਈਨ ਜਿਹੜਾ ਹੈਗਾ ਏਰੀਆ ਹੀ ਕਲੋਨੀ ਉਹਨਾਂ ਨੇ ਹਾਂ, ਕਟਵਾਈ ਇਹਨੂੰ ਸੀ। ਆਪਾਂ ਸਿਵਲ ਲਾਈਨ ਏਰੀਆ ਕਹਿੰਦੇ ਆ। ਹਾਂ ਹਾਂ। ਇਹ ਸਿਵਲ ਲਾਈਨ ਏਰੀਆ ਸੀ। ਇਹ ਸਾਰੇ ਮਤਲਬ ਬੜੇ ਵੱਡੇ ਵੱਡੇ ਬੰਦੇ ਹੀ ਇਸ ਇਲਾਕੇ ਦੇ ਵਿੱਚ ਰਹਿੰਦੇ ਹੁੰਦੇ ਸੀ। ਹੂੰ। ਜਦੋਂ ਉਹ ਇਲੈਕਸ਼ਨ ਲੜ ਰਿਹਾ ਸੀਗਾ ਨਾ ਤੇ ਉਹਦੇ ਮੁਕਾਬਲੇ ਦੇ ਉੱਤੇ ਇੱਕ ਬਜ਼ੁਰਗ ਸੀ ਜੀ। ਤੇ ਉਹ ਬਜ਼ੁਰਗ ਜਿਹੜਾ ਹੈਗਾ ਪੂਰਾ ਵਪਾਰੀ ਤਕੜਾ ਵੱਡਾ ਆੜਤੀਆ, ਹੂੰ ਕਾਲੀ ਟੋਪੀ ਲਈ ਹੁੰਦੀ। ਹੂੰ ਤੇ ਮੈਂ ਵੀ ਕੁਦਰਤੀ ਸੀ ਤਾਂ ਮੈਂ ਛੋਟਾ, ਪਰ ਮੈਨੂੰ ਸੁਰਤ ਸਾਰੀ ਹੈ। ਜੀ। ਜਦੋਂ ਆ ਗਿਆ ਜੀ ਵਜ਼ੀਰ ਸਾਹਿਬ ਆ ਗਏ ਤੇ ਸਰਕਟ ਹਾਊਸ ਜਿਹੜਾ ਪੁਰਾਣਾ ਸਰਕਟ ਹਾਊਸ ਹੈ, ਹੂੰ ਇੱਥੇ ਇਕੱਠ-ਵੱਠ ਜਿਹਾ ਹੋ ਗਿਆ। ਹੁਣ ਵਾਲਾ ਤਾਂ ਤਾਮ-ਝਾਮ ਹੁੰਦਾ ਨਹੀਂ ਸੀ। ਹੂੰ। ਚਲੋ ਮੈਂ ਵੀ ਉੱਥੇ ਚਲਾ ਗਿਆ ਤੇ ਬਾਅਦ ਦੇ ਵਿੱਚ ਮੇਰੀ ਤਾਂ ਦੋਸਤੀ ਪਈ ਉਸ ਬੰਦੇ ਨਾਲ। ਉਹਦਾ ਨਾਮ ਸੁਰਿੰਦਰ ਸ਼ਰਮਾ ਵਕੀਲ ਸੀ। ਜੀ। ਤੇ ਟੋਪੀ ਵਾਲਾ ਬੁੜਾ ਜਿਹੜਾ ਬੈਠਾ ਸੀ ਨਾ ਕੋਟ ਸ਼ਮੀਰ ਦਾ, ਹੂੰ ਉਹ ਜਿਹੜਾ ਬੁੜਾ ਸੀ ਉਹਦੇ ਹੱਥ ਦੇ ਵਿੱਚ ਫੜਿਆ ਵਾ ਇੱਕ ਹਾਰ, ਹੂੰ। ਤੇ ਉਹ ਲਾਈਨ 'ਚ ਲੱਗਿਆ ਖਲੋਤਾ। ਅੱਛਾ ਜੀ। ਲਾਈਨ 'ਚ ਲੱਗਿਆ ਖਲੋਤਾ ਤੇ ਉਹਦਾ ਮੁੰਡਾ ਵੀ ਵਕੀਲ ਹੁੰਦਾ ਸੀ, ਸੁਰਿੰਦਰ ਸ਼ਰਮਾ ਵੀ ਵਕੀਲ ਹੁੰਦਾ। ਸੁਰਿੰਦਰ ਸ਼ਰਮਾ ਨੇ ਆਸਾ ਵੇਖਿਆ ਨਾ ਪਾਸਾ ਦੇਖਿਆ ਤੇ ਉਹਦੇ ਹੱਥ 'ਚ ਜਾ ਕੇ ਹਾਰ ਖੋਲਿਆ। ਹੂੰ। ਉਹਦਾ ਸ਼ੁਲਿੰਦਰ ਬੇਟੇ ਤੂੰ ਆ ਕੀ ਕਰਦਾ ਹੈ? ਉਹਨੂੰ ਸੁਰਿੰਦਰ ਨਹੀਂ ਕਹਿੰਦਾ, ਸ਼ੁਲਿੰਦਰ ਕਹਿੰਦਾ। ਸ਼ੁਲਿੰਦਰ ਬੇਟੇ ਇਹ ਕੀ ਕੀਤਾ? ਉਹਦਾ ਉਹ ਅੰਕਲ ਗੱਲ ਸੁਣ, ਤੂੰ ਤਾਂ ਕਰਦਾ ਸੀ ਤੇਜਾ-ਸੁਨੀ ਮੁਖਾਲਫਤ, ਤੂੰ ਤਾਂ ਕਾਂਗਰਸ ਨਾਲ ਖੜਾ ਸੀਗਾ, ਉਧਰਲੇ ਪਾਸੇ ਮੁਖਾਲਫਤ ਕਰਦਾ ਸੀ, ਤੇ ਤੂੰ ਹੁਣ ਜਦੋਂ ਵਜ਼ੀਰ ਬਣ ਕੇ ਆ ਰਿਹਾ ਤੂੰ ਮੂਹਰੇ ਆ ਗਿਆ ਹਾਰ ਪਾਉਣ ਵਾਸਤੇ। ਕਹਿੰਦਾ ਸ਼ੁਲਿੰਦਰ ਬੇਟੇ ਗੁੱਸਾ ਨਹੀਂ ਕਰੀਦਾ ਹੁੰਦਾ, ਤੂੰ ਬੱਚਾ ਹਲੇ, ਗੁੱਸਾ ਨਹੀਂ ਕਰੀਦਾ ਹੁੰਦਾ। ਉਹਦਾ ਗੁੱਸਾ ਕਿਉਂ ਨਹੀਂ ਕਰੀਦਾ? ਕਿਉਂ ਨਾ ਕਰਾਂ ਗੁੱਸਾ? ਅਸੀਂ ਇਹਦੇ ਨਾਲ ਖੜੇ ਸੀ, ਤੂੰ ਇਹਦੇ ਉਲਟਾ, ਅਸੀਂ ਪਿਛਾਂ ਫਿਰਦੇ ਆ, ਤੂੰ ਜਾ। ਕਹਿੰਦਾ ਸੁਰਿੰਦਰ ਬੱਚੇ ਗੱਲ ਸੁਣ, ਅਸੀਂ ਹੁੰਨੇ ਸਰਕਾਰੀ ਬੰਦੇ। ਅੱਛਾ। ਉਦੋਂ ਸਰਕਾਰ ਕਾਂਗਰਸ ਦੀ ਸੀ, ਅਸੀਂ ਉਧਰ ਸੀ। ਉਧਰ ਸੀ। ਤੇ ਹੁਣ ਸਰਕਾਰ ਜਿਹੜੀ ਹੈਗੀ ਇਹਨਾਂ ਦੀ ਆ ਗਈ, ਅਸੀਂ ਤਾਂ ਸਰਕਾਰੀ ਬੰਦੇ ਆ। ਹਾਂ। ਇੱਕ ਤਾਂ ਮੇਰੇ ਗੱਲ ਉਹ ਯਾਦ ਹੈ, ਇੱਕ ਸਰਕਾਰੀ ਬੰਦੇ ਦੀ। ਐਵੇਂ ਜਿਵੇਂ ਇੱਕ ਗੱਲ ਸਰਦਾਰ ਜੈ ਸਿੰਘ ਗਿੱਲ ਜਿਹੜੇ ਪੰਜਾਬ ਦੇ ਬਾਅਦ ਚੀਫ ਸੈਕਟਰੀ ਬਣ ਗਏ ਸੀ, ਉਹ ਬਠਿੰਡੇ ਦੇ ਡਿਪਟੀ ਕਮਿਸ਼ਨਰ ਹੁੰਦੇ ਜੀ। ਤੇ ਉਹਨਾਂ ਦੇ ਨਾਲ ਜਿਹੜੇ ਹੁੰਦੇ SSP, ਉਹਨਾਂ ਦਾ ਨਾਮ ਸੀ ਗੁਰਵਿੰਦਰ ਸਿੰਘ ਭੁੱਲਰ, ਜਿਹੜੇ ਭੁੱਲਰ ਬ੍ਰਦਰਸ ਜੀ, ਜਿਹੜੇ ਬੌਬੀ ਭੁੱਲਰ ਆ, ਇਹਦੇ ਸਕੇ ਤਾਇਆ ਜੀ ਉਹ ਸੀ। ਤੇ ਇਹਨਾਂ ਨੇ ਜੀ ਇੱਕ ਫੰਕਸ਼ਨ ਰੱਖ ਲਿਆ ਆਰਾਮਪੁਰਾ ਫੂਲ। ਅੱਛਾ ਜੀ। ਆਰਾਮਪੁਰੇ ਫੂਲ ਉਹਨਾਂ ਦਿਨਾਂ ਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸੀ, ਤੇ ਪ੍ਰਧਾਨ ਉਹ ਬੜਾ ਖੂੰਖਾਰ, ਤੇ ਬਹੁਤ ਉਹਦਾ ਮਤਲਬ ਦਬਦਬਾ ਜੀ। ਜਦੋਂ ਫੰਕਸ਼ਨ ਰੱਖ ਲਿਆ ਤੇ ਉੱਥੇ ਆ ਕੇ ਜੀ ਆ ਫਲਾਣੇ ਕਲੱਬ ਵਾਲੇ ਆ ਗਏ ਜੀ, ਆ ਧਮਕੇ ਕਲੱਬ ਵਾਲੇ ਆ ਗਏ ਜੀ, ਸਭ ਨੂੰ ਬੋਲਣ ਦਾ ਮੌਕਾ ਦਿੱਤਾ। ਉੱਥੇ ਜਿਹੜਾ ਉੱਠ ਕੇ ਖੜਾ ਹੋਵੇ, ਬਾਕੀ ਗੱਲ ਠੀਕ ਠਾਕ ਹੈ ਜੀ, ਸੀਵਰ ਦਾ ਪਾਣੀ ਪ੍ਰਬੰਧ ਠੀਕ ਨਹੀਂ ਜੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਨਹੀਂ ਜੀ, ਇੱਥੇ ਗੰਦ ਪਿਆ ਜੀ, ਇੱਥੇ ਫਲਾਨਾ ਪਿਆ ਜੀ, ਕਮੇਟੀ ਕੁਛ ਕਰਦੀ ਨਹੀਂ ਜੀ, ਫਲਾਨੀ ਨਹੀਂ ਕਰਦੀ ਨਹੀਂ। ਉਹ ਬਿੰਦਕ ਮਗਰੋਂ ਉਂਗਲ ਮਾਰਦਿਆ ਕਰਨ ਵੀ ਦੱਸੋ, ਈਓ ਖੜਾ ਹੋ ਕੇ ਦੱਸਦਿਆ ਕਰੇ ਨਹੀਂ ਜੀ ਅਸੀਂ ਆਹ ਕੰਮ ਕਰਦੇ ਹਾਂ। ਜਦੋਂ 5-7 ਬੰਦੇ ਬੋਲ ਹਟੇ ਨਾ, ਤੇ ਉਦੋਂ ਬਾਅਦ ਉਹਨੇ ਪ੍ਰਧਾਨ ਨੇ ਉਂਗਲ ਖੜੀ ਕਰਤੀ, ਕਹਿੰਦਾ ਮੈਨੂੰ ਬੋਲਣ ਦਿਓ। ਈਓ ਨੇ ਕਹਿੰਦਾ ਜਿਹਨੂੰ ਪ੍ਰਧਾਨ ਜੀ ਬੋਲਣਗੇ। ਉਹ ਕਹਿੰਦਾ ਗੱਲ ਇਹ ਹੈ DC ਸਾਹਿਬ, ਤੁਸੀਂ ਵਾਰ-ਵਾਰ ਮੇਰੇ ਅਫਸਰ ਨੂੰ ਜਲੀਲ ਕਰਦੇ ਹੋ। ਕਹਿੰਦੇ ਜਿਹੜਾ ਇੱਕ ਬੰਦਾ ਉੱਠ ਕੇ ਖੜਾ ਹੁੰਦਾ ਹੈ, ਕਹਿੰਦਾ ਇਹ ਲੋਕਾਂ ਦੇ ਨੁਮਾਇੰਦੇ, ਉਹ ਕਹਿੰਦਾ ਲੋਕਾਂ ਦੇ ਨੁਮਾਇੰਦੇ ਆ ਤਾਂ ਇਹ ਜਾ ਕੇ ਇਲੈਕਸ਼ਨ ਲੜਨ, ਇਲੈਕਸ਼ਨ ਲੜ ਕੇ ਆ ਕੇ MC ਬਣਨ, ਪ੍ਰਧਾਨ ਬਣਨ। ਇਹ ਲੋਕਾਂ ਦੇ ਨੁਮਾਇੰਦੇ ਕਾਹਦੇ ਨਾਲ ਹੈ? ਉਹ ਕਹਿੰਦੇ ਜੀ ਵੱਖ-ਵੱਖ ਕਲੱਬ ਹੈ, ਪੀਸ ਕਮੇਟੀਆਂ ਨੇ। ਹਾਂ, ਉਹ ਕਹਿੰਦਾ ਕਿਹੜੇ ਕਲੱਬ ਜੀ, ਕਿਹੜੇ ਕਲੱਬਾਂ ਵਾਲੀ ਗੱਲ ਹੈ? ਇੱਕ ਆਦੇ ਚਿੜੀ ਲੈ ਲੈਂਦੇ ਛੋਟੀ ਜੀ, ਉਹਦੇ ਤੇ ਇੱਕ ਨਾਂ ਲਿਖਾ ਲੈਂਦੇ ਫਲਾਨਾ ਕਲੱਬ। ਇਹਨਾਂ ਦੇ ਕਹੇ ਤੋਂ ਇਹਨਾਂ ਦੀਆਂ ਘਰ ਵਾਲੀਆਂ ਵੋਟਾਂ ਨਹੀਂ ਪਾਉਂਦੀਆਂ, ਤੇ ਜਦੋਂ ਤੁਸੀਂ ਆ ਜਾਂਦੇ ਹੋ ਜੀ ਆ ਤੁਹਾਡਾ ਸਨਮਾਨ ਕਰਦੇ ਆ, 3-4 ਬੰਦੇ ਹੁੰਦੇ ਆ, ਤੇ 3-4 ਦੇ 3-4 ਕਲੱਬ ਬਣੇ ਵੀ। ਉਹ ਉਹਦੇ ਜਾ ਵੜਦਾ ਤੁਹਾਨੂੰ ਚਿੜੀਆਂ ਜੀਆਂ ਫੜਾ ਦਿੰਦੇ ਆ, ਇੱਕ ਥਾਲੀ ਜੀ ਫੜਾ ਦਿੰਦੇ, ਉਹਦੇ ਤੇ ਨਾਂ ਨੂੰ ਜਾ ਲਿਖ ਕੇ, ਤੇ ਤੁਸੀਂ ਖੁਸ਼ ਹੋ ਜਾਂਦੇ ਹੋ। ਇਹ ਕਹਿੰਦਾ ਕਿਰਪਾ ਕਰਕੇ ਇਹਨਾਂ ਨੂੰ ਨਾਚ ਮਿਲਾਓ। ਗੱਲ ਹੁਣ ਤੁਹਾਡੀ ਠੀਕ ਹੈ, ਇੱਕ ਤਾਂ ਉਹ ਸਰਕਾਰੀ ਬੰਦੇ, ਤੇ ਇੱਕ ਹੈਗੇ ਸੱਤਾ ਦੇ ਦਲਾਲ, ਸੱਤਾ ਦੇ ਗਲਿਆਰਿਆਂ 'ਚ ਜਿਹੜੇ ਤੁਰੇ ਫਿਰਦੇ, ਜਿਹੜੇ ਸੱਤਾ ਦੇ ਗਲਿਆਰਿਆਂ 'ਚ ਤੁਰੇ ਫਿਰਦੇ। ਦੇਖੋ ਹੁਣ ਇਹ ਜਿਹੜੀ ਸਰਕਾਰ ਆਈ ਹੈ 92 MLAs ਵਾਲੀ, ਇਹ 92 MLAs ਜਿਹੜੇ ਹੈਗੇ ਨੇ, ਤਾਂ ਪਾਰਟੀ ਤਾਂ ਬਣੀ ਨਹੀਂ ਹਲੇ ਵੀ। ਇਸ ਪਾਰਟੀ ਨੂੰ ਐਡੀ ਵੱਡੀ ਹਮਾਇਤ ਕਿਉਂ ਮਿਲੀ? ਹਮਾਇਤ ਮਿਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕਾਂ ਨੇ ਪਿਛਲੇ ਹਾਕਮਾਂ ਨੂੰ ਬੁਰੀ ਤਰ੍ਹਾਂ ਰੱਦ ਕਰਤਾ। ਕਾਂਗਰਸ ਵੀ ਰੱਦ ਕਰਤੀ ਤੇ ਅਕਾਲੀ ਦਲ ਵੀ ਰੱਦ ਕਰਤੀ। ਉਹਨਾਂ ਨੂੰ ਰੱਦੀ ਦੀ ਰੁਕਣੀ ਸੁੱਟਤਾ ਕਿ ਤੁਹਾਡੀ ਲੋੜ ਨਹੀਂ। ਆਪਾਂ ਇਲੈਕਸ਼ਨਾਂ ਦੇ ਵਿੱਚ ਫਿਰਦੇ ਹੁੰਦੇ ਸੀ, ਤੇ ਜਦੋਂ ਉਭਾਰ ਹੁੰਦਾ ਸੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਹਨਾਂ ਦੇ ਕੈਂਡੀਡੇਟ ਤੇ, ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਸੀ ਜੀ, ਸ਼ਕਲਾਂ ਹੀ ਨਹੀਂ ਦੇਖੀਆਂ ਸੀ ਜੀ, ਝਾੜੂ ਨੂੰ ਵੋਟ ਪਾਵਾਂਗੇ, ਤੇ ਉਹਨੂੰ ਪੁੱਛਦੇ ਵੀ ਕਿਉਂ? ਬਦਲਾਅ ਚਾਹੀਦਾ ਜੀ। ਤੇ ਜੇ ਆਪਾਂ ਕਹਿੰਦੇ ਵੀ ਇਹ ਕੀ ਕਰਨਗੇ, ਉਹ ਕਹਿੰਦੇ ਯਾਰ 15-15 20-20 ਸਾਲ ਉਹਨਾਂ ਨੂੰ ਰਾਜ ਕਰਦਿਆਂ ਨੂੰ ਦੇਖ ਲਿਆ, ਇਹਨਾਂ ਨੂੰ ਦੇਖ ਲਈਏ, ਜੇ ਕੁਛ ਨਾ ਕਰਨਗੇ ਤਾਂ ਫਿਰ ਇਹਨਾਂ ਨੂੰ ਵੀ ਬਦਲ ਦਿਆਂਗੇ। ਇੱਕ ਡਿੱਗ ਵੱਡੀ ਪਹਿਲਾਂ ਉਹਨਾਂ ਨੂੰ ਤਾਂ ਬਦਲੀਏ ਨਾ, ਵੱਡਿਆਂ ਨੂੰ। ਉਦੋਂ ਆਪਾਂ ਨੂੰ ਸਾਫ਼ ਦਿਖਦਾ ਸੀ ਕਿ ਲੋਕ ਉਹਨਾਂ ਤੋਂ ਅੱਕੇ ਵੀ, ਉਹਨਾਂ ਨੂੰ ਅੱਕ ਕੇ ਤੇ ਇਹਨਾਂ ਨੂੰ ਲੈ ਕੇ ਆ ਰਹੇ, ਤੇ ਆਏ ਉਹ ਸਰਕਾਰ ਉਹਨਾਂ ਨੇ ਬਣਾ ਲਈ। ਲਓ ਜੀ, ਸਰਕਾਰ ਨੇ ਬਣਦਿਆਂ ਸਰ ਕੰਮ ਬੜੇ ਤਿੱਖੇ ਕਰਤੇ।
ਸਭ ਤੋਂ ਪਹਿਲਾ ਕੰਮ ਤਾਂ ਚੋਰੀਆਂ ਤੇਜ਼ ਕਰਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਵਿਜੀਲੈਂਸ ਦੇ ਦੰਦੇ ਤਿੱਖੇ ਕਰਤੀ ਹੂੰ ਵੀ ਭਾਈ ਕਰਪਟ ਬੰਦੇ ਫੜ ਲਓ ਤੇ ਵਿਜੀਲੈਂਸ ਵਾਲਿਆਂ ਨੇ ਆਪਦਾ ਕੰਮ ਸ਼ੁਰੂ ਕਰਤਾ। ਹੁਣ ਤੁਸੀਂ ਦੇਖੋ ਕਿ ਇਸ ਵੇਲੇ ਜਿਹੜੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਹੈ ਵਰਿੰਦਰ ਕੁਮਾਰ ਹੋਣੀ, ਹੂੰ ਉਹਨਾਂ ਦਾ ਨਾਮ ਵੱਡਾ ਇਮਾਨਦਾਰ ਆਦਮੀ, ਜੀ ਇਮਾਨਦਾਰ ਸ਼ਖਸ ਹੈ ਤੇ ਬੜੇ ਧੜੱਲੇ ਦੇ ਨਾਲ ਉਹ ਆਪਦਾ ਕੰਮ ਕਰਦੇ, ਆਪਦੀ ਧੁਨ ਦੇ ਪੱਕੇ ਹੈ, ਕਿਸੇ ਨਾਲ ਕੋਈ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਇਹਦੇ ਤੇ ਚੱਲਦੇ ਹੈ। ਆਪਦੀ ਜਿਹੜੀ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਆ ਉਹਦੇ ਤੇ ਉਹ ਪਹਿਰਾ ਦੇ ਰਹੇ। ਅੱਜ ਉਹਨਾਂ ਬਾਰੇ ਵੀ ਖਬਰ ਆ ਗਈ। ਉਹਨਾਂ ਦੇ ਨਾਂ ਦੇ ਉੱਤੇ ਕਹਿੰਦੇ ਉਹਨਾਂ ਦਾ ਜਿਹੜੇ ਡਾਇਰੈਕਟਰ ਹੈ, ਉਹ ਚੀਫ ਡਾਇਰੈਕਟਰ ਹੈ ਵਿਜੀਲੈਂਸ ਬਿਊਰੋ ਦੇ, ਜਿਹੜੇ ਡਾਇਰੈਕਟਰ ਹੈ ਨਾ ਵਿਜੀਲੈਂਸ ਦੇ, ਉਹਨਾਂ ਨੂੰ ਕਹਿੰਦੇ ਧੜਾ ਧੜ ਸੁਨੇਹੇ ਆਉਣ ਲੱਗੇ WhatsApp ਤੇ। ਅੱਛਾ ਜੀ। ਕਿ ਫਲਾਂ ਕਰਕੇ ਆਹ ਚੀਜ਼ਾਂ ਜੀ, ਆਹ ਖਰੀਦ ਕੇ ਤੇ ਇਹਨੂੰ ਆ ਕਰੋ ਜੀ, ਆਹ ਕਰੋ, ਮਤਲਬ 1-2 ਲੱਖ ਰੁਪਏ ਦਾ ਸਮਾਨ ਉਹਨਾਂ ਨੂੰ ਗਣਾਤਾ ਕਿ ਆਹ ਬਾਊਚਰ ਆਹ ਲੈ ਲਓ ਤੇ ਆਹ ਪਾ ਲਓ ਤੇ ਆਹ ਕਰੋ ਜੀ, ਆਹ ਧਮਕਾ ਉਮਕਾ। ਉਹ ਹੈਰਾਨ ਐਸ ਰਾਹੁਲ ਹੈ ਕਿ ਰਾਹੁਲ ਇਹੋ ਜਿਹਾ ਨਾਂ ਹੈ ਉਹਨਾਂ ਦਾ ਡਾਇਰੈਕਟਰ ਸਾਹਿਬ ਦਾ। ਉਹ ਹੈਰਾਨ ਵੀ ਨਾ ਅੱਗੇ ਨਾ ਪਿੱਛੇ ਡਾਇਰੈਕਟਰ ਸਾਹਿਬ ਨੇ ਤਾਂ ਕਦੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਹੀ ਸੀ। ਆਹ ਕੀ ਕਹਾਣੀ ਹੋ ਗਈ? ਤੇ ਗੱਲ ਖੁੱਲਦਿਆਂ ਜੀ ਖੁੱਲ ਗਈ ਵੀ ਇਹ ਤਾਂ ਇੱਕ ਫਰਾਡ ਹੈ, ਅੱਛਾ ਜੀ, ਕੋਈ ਗੈਂਗ ਆਪਰੇਟ ਕਰ ਰਿਹਾ ਹੈ। ਦੇਖੋ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਜਿਹਦੀ ਧਾਕ ਪਈ ਹੈ ਪੰਜਾਬ 'ਚ, ਉਹਦਾ WhatsApp ਹੈਕ ਕਰਦਾ, ਉਹ ਹੈਕ ਕਰ ਰਿਹਾ ਤੇ ਉਹ ਮਤਲਬ ਗੱਲ ਆਉਣ ਲੱਗੀ। ਜਦੋਂ ਆਉਣ ਲੱਗੀ ਤੇ ਉਹਨਾਂ ਨੇ ਜੀ ਦਵਾ FIR ਦਰਜ ਕਰਾਈ ਹੈ। ਹੁਣ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਕਰਾਤੀ FIR ਦਰਜ ਕਿ ਜੀ ਫਰਾਡ ਮੇਰੇ ਨਾਲ ਵੀ ਹੋ ਜਾਂਦਾ ਹੈ। ਦਾਨੀਵਾਲੀਆ ਸਾਹਿਬ, ਮੇਰੀ ਹੁਣ ਸਿਨੇਮਰ ਬੇਨਤੀ ਹੈ ਚੀਫ ਡਾਇਰੈਕਟਰ ਸਾਹਿਬ ਦੇ ਚਰਨਾਂ 'ਚ, ਉਹਨਾਂ ਦੀ ਸੇਵਾ 'ਚ, ਚਰਨਾਂ 'ਚ ਤਾਂ ਵੈਸੇ ਗਲਤ ਕਹਿ ਨਹੀਂ ਸਕਦੇ, ਪੱਤਰਕਾਰਾਂ ਹਾਂ, ਉਹਨਾਂ ਦੀ ਸਿਨੇਮਰ ਸੇਵਾ 'ਚ ਬੇਨਤੀ ਹੈ ਮੇਰੀ, ਸਿਨੇਮਰ ਉਹਨਾਂ ਦੀ ਸੇਵਾ ਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਥੱਲੇ ਵੀ ਨਿਗਾਹ ਮਾਰ ਲਓ ਕਿ ਥੱਲੇ ਕੀ ਹੋ ਰਿਹਾ। ਜੇ ਤੁਹਾਡੇ ਹੈੱਡਕੁਆਟਰ ਦੇ ਵਿੱਚ ਬੈਠ ਕੇ ਤੁਹਾਡੇ ਵੱਲੋਂ ਤੁਹਾਡੇ ਡਾਇਰੈਕਟਰ ਨੂੰ ਗਲਤ ਮੈਸੇਜ ਆ ਸਕਦੇ ਹੈ ਤੇ ਉਸ ਮੈਸੇਜ ਦੇ ਰਾਹੀਂ ਸ਼ਾਇਦ ਉਹਨਾਂ ਨੇ ਬਲੈਕਮੇਲ ਕਰਨਾ ਹੋਵੇ। ਕੱਲ ਨੂੰ ਉਹ ਚੈਟ ਜਿਹੜੀ ਹੈਗੀ ਹੈ ਉਹਨੂੰ ਸਰਕੂਲੇਟ ਕਰਕੇ ਤੇ ਕਰਕੇ ਉਹਨੂੰ ਵੀ ਤਾਂ ਜੀ ਪੈਸੇ ਕਮਾਉਣ ਤੇ ਲੱਗੇ ਪਏ। ਆਹ ਦੇਖੋ ਜੀ ਫਿਰ ਹਿੱਸੇ ਪੱਤੀਆਂ ਮੰਗ ਰਹੇ, ਆਹ ਡਿਊਟੀਆਂ ਲੈ ਕੇ ਜਾ ਰਹੀਆਂ ਕਿ ਆਹ ਸਮਾਨ ਖਰੀਦ ਲਓ, ਆਹ ਸਮਾਨ ਖਰੀਦ ਲਓ। ਅੱਜ ਮੇਰੇ ਨਾਲ ਵੀ ਹੋਈ ਇਹੀ। ਅੱਛਾ ਜੀ। ਖਬਰ ਤਾਂ ਮੇਰੇ ਕੋਲ ਸਵੇਰ ਦੀ ਹੈ ਇਹ ਕਿ ਜੀ ਚੀਫ ਡਾਇਰੈਕਟਰ ਸਾਹਿਬ ਦੀ ਗੱਲ ਹੈ ਜੀ, ਅਖਬਾਰਾਂ 'ਚ ਤਾਂ ਮੇਰੇ ਖਿਆਲ ਆਉਣੀ ਹੈ। ਮੈਂ ਕੁਦਰਤੀ ਮੈਂ ਕਿਹਾ ਅੱਜ ਸੈਕਟਰੀਏਟ 'ਚ ਚੱਕਰ ਮਾਰ ਕੇ ਗਈ, ਜਿਹਨੂੰ ਆਪਣਾ ਪ੍ਰਸ਼ਾਸਨਿਕ ਕੰਪਲੈਕਸ ਕਹਿੰਦੇ। ਉਹ ਕੁਦਰਤੀ ਜਿੱਥੋਂ ਦੀ ਮੈਂ ਬੜਿਆ ਉੱਥੇ ਪਹਿਲਾਂ ਵਿਜੀਲੈਂਸ ਦਾ ਦਫ਼ਤਰ ਆਇਆ था। ਵਿਜੀਲੈਂਸ ਦੇ ਦਫ਼ਤਰ ਦੇ ਸਾਹਮਣੇ ਨਿਗਾਹ ਪਈ ਤੇ ਬੜੇ ਮਤਲਬ ਹਰਕਤ ਦੇ ਵਿੱਚ ਗਨਮੈਨ ਵਗੈਰਾ ਪੂਰੇ ਜਿਹੜੇ ਹੈਗੇ ਚੌਕਸ ਖੜੋਤੇ। ਮੈਂ ਕਿਹਾ ਵੀ ਗੱਲ ਕੀ ਹੈ? ਕਹਿੰਦੇ ਮੈਂ ਕਿਸੇ ਮੁਲਾਜ਼ਮ ਨੂੰ ਪੁੱਛਿਆ ਮੈਂ ਗੱਲ ਕੀ ਹੈ? ਕਹਿੰਦੇ ਜੀ ਨਵੇਂ ਸਾਹਿਬ ਆ ਗਏ। ਮੈਂ ਕਿਹਾ ਵੀ ਕੌਣ ਹੈ? ਕਹਿੰਦੇ ਜੀ ਸਰਦਾਰ ਹਰਪਾਲ ਸਿੰਘ ਹੈ। ਉਹ ਪਹਿਲੇ ਸਾਹਿਬ ਇੱਥੋਂ ਬਦਲ ਕੇ ਚਲੇ ਗਏ, ਉਹਨਾਂ ਦੀ ਜਿਹੜੇ SSP ਸੀ ਵਿਜੀਲੈਂਸ ਬਿਊਰੋ ਦੇ, ਉਹਨਾਂ ਨੂੰ ਖੰਨੇ SSP ਲਾਤਾ, ਜਨਰਲ SSP। ਮੈਂ ਕਿਹਾ ਹਾਂ ਉਹਨਾਂ ਹੀ ਥਾਂ ਤੇ ਆਏ? ਕਹਿੰਦੇ ਹਾਂ। ਚਲੋ ਮੈਂ ਮੈਨੂੰ ਮੁਲਾਜ਼ਮ ਕਿਸੇ ਹੋਰ ਮਹਿਕਮੇ ਦਾ ਸੀ, ਮਤਲਬ ਸੀ ਪੁਲਿਸ ਦਾ ਹੀ, ਪਰ ਉਹ ਵਿਜੀਲੈਂਸ ਦਾ ਨਹੀਂ ਸੀ। ਮੈਨੂੰ ਕਹਿੰਦਾ ਜੀ ਮਿਲਣਾ ਨਹੀਂ ਤੁਸੀਂ ਸਾਹਿਬ ਨੂੰ? ਮੈਂ ਕਿਹਾ ਨਾ। ਕਹਿੰਦਾ ਮੈਂ ਤਾਂ ਸੋਚਿਆ ਮਿਲਣ ਵਾਸਤੇ ਆਇਆ। ਮੈਂ ਕਿਹਾ ਮੈਨੂੰ ਤਾਂ ਆਦਤ ਨਹੀਂ, ਜੇ ਕੋਈ ਪ੍ਰੈਸ ਕਾਨਫਰੰਸ ਹੋਊ SSP ਬੁਲਾਉਣਗੇ ਜ਼ਰੂਰ ਮਿਲਾਂਗੇ। ਉਹ ਹੁਣ ਨਵੇਂ ਆਏ ਆ, ਕਾਹਦੀ ਖਾਤਰ? ਇੰਨੇ ਗੱਲ ਅਸੀਂ ਖੜੇ 2 ਪੱਤਰਕਾਰ ਹੋਰ ਆ ਗਏ, ਅਸੀਂ ਖੜ ਕੇ ਆਪਸ ਵਿੱਚ ਮਾੜੀ ਜੀ ਗੱਲ ਕਰਨ ਲੱਗੇ ਤੇ ਮੇਰੇ ਨਾਲ ਇੱਕ ਪੱਤਰਕਾਰ ਖਲੋਤਾ ਤੇ ਉਹਦੀ ਨਿਗਾਹ ਪਈ, ਉਹਨੇ ਮੇਰੇ ਕੂਹਣੀ ਮਾਰੀ। ਮੇਰੀ ਪਿੱਠ ਸੀ ਵਿਜੀਲੈਂਸ ਦਫ਼ਤਰ ਵਾਲੇ ਪਾਸੇ ਨੂੰ। ਮੈਂ ਉਹਦੇ ਕਣੀ ਝਾਕਿਆ ਇਸ਼ਾਰੇ ਨਾਲ, ਮੈਂ ਪੁੱਛਿਆ ਕੀ ਹੈ ਤੇ ਉਹਨੇ ਐਂ ਕਰਤਾ, ਕਹਿੰਦਾ ਉੱਧਰ ਦੇਖ। ਲਓ ਜੀ ਮੈਂ ਦੇ 2 ਬੰਦੇ ਅੱਗੇ ਪਿੱਛੇ ਜਾ ਰਹੇ ਹੈ ਜੀ, ਹੱਥ ਦੇ ਵਿੱਚ ਫੜਿਆ ਬੁੱਕੇ, ਦਬਾ ਦਬ ਜਾ ਰਹੇ ਅੰਦਰ। ਮੈਂ ਕਿਹਾ ਵੀ ਇਹ ਕੀ? ਕਹਿੰਦਾ ਰੰਗ ਦੇਖ। ਚਲੋ ਜੀ ਅਸੀਂ ਖੜ ਕੇ ਦੇਖੇ, ਉਹਨੇ ਜਾ ਕੇ ਆਪਦਾ ਦੁਆ ਸਲਾਮ ਕੀਤੀ। ਜਿਹੜਾ ਅਮਲਾ ਫੈਲਾ ਵੀ ਸਾਹਿਬ ਨੂੰ ਦੱਸ ਦਿਓ ਜੀ ਅਸੀਂ ਆਏ ਹਾਂ ਤੇ ਉਹਨਾਂ ਨੇ ਸਾਹਿਬ ਨੂੰ ਦੱਸਣਾ ਹੋਣਾ। ਚਲੋ ਅਸੀਂ ਦੇਖ ਕੇ ਤੇ ਪਿਛਾਂਹ ਮੁੜ ਪਏ ਵੀ ਆਪਾਂ ਕੀ ਲੈਣੇ। ਹੁਣ ਉਹਨਾਂ ਬੰਦਿਆਂ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਉਹ ਬੰਦੇ ਇੱਕ ਤਾਂ ਹੁੰਦਾ ਮਾਫੀਆ, ਇੱਕ ਹੁੰਦੇ ਮਾਫੀਆ ਦੇ ਸਰਗਣੇ। ਹਰ ਕਿਸਮ ਦਾ ਮਾਫੀਆ ਜਿਹੜਾ ਹੈਗਾ ਉਸ ਮਾਫੀਏ ਦੇ ਉਹਦੇ ਸਰਗਣੇ। ਉਹਨਾਂ ਨੇ ਉਹ ਮਾਫੀਆ ਵਾਲਿਆਂ ਦਾ ਸੌਦੇ ਪੱਤੀ ਕਰਾਉਣਾ। ਜੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਾਉਣਾ ਬੰਦੇ ਵੀ ਪ੍ਰੋਵਾਈਡ ਕਰਦੇ। ਜੇ ਲੋੜ ਪੈ ਗਈ ਕਿ ਬੰਦੇ ਦੇ ਉੱਤੇ ਝੂਠਾ ਦਾ ਕੇਸ ਦਰਜ ਕਰਾਉਣਾ, ਕੇਸ ਵੀ ਦਰਜ ਕਰਾ ਦਿੰਦੇ। ਸਾਰਾ ਕੁਝ 4-5 ਕੇਸ ਤਾਂ ਮੇਰੇ ਨੋਟਿਸ ਦੇ ਵਿੱਚ ਆ ਵੀ ਉਹਨਾਂ ਨੇ ਦਰਜ ਕਰਵਾਏ ਤੇ ਇਹੋ ਜਿਹੇ ਅਫਸਰਾਂ ਤੋਂ ਕਰਵਾਏ ਜਿਹਨਾਂ ਨੂੰ ਕਹਿੰਦੇ ਸੀ ਇਹਦੇ ਨਾਲ ਤਾਂ ਦੇਵਤਾ ਕੋਈ ਨਹੀਂ। ਇੱਕ ਮਾਮਲੇ ਦੇ ਵਿੱਚ ਤਾਂ ਹੋਇਆ ਕਿ ਇੱਕ ਬੰਦੇ ਦੇ ਉੱਤੇ ਚੱਕ ਕੇ ਫੀ ਆਪਣਾ ਤੁਹਾਡੇ ਦਵਾਈਆਂ ਕਿਸੇ ਤੋਂ ਹੋਰ ਫੜੀਆਂ, ਉਹਦੇ ਫੜ ਕੇ ਦਵਾਈਆਂ ਪਵਾਤੀਆਂ, ਉਹਨੂੰ ਅੰਦਰ ਭੇਜਤਾ। ਉਹਦੇ ਵਾਰਸ ਮੇਰੇ ਕੋਲੇ ਆਏ। ਮੈਂ ਕਿਹਾ ਤੂੰ ਆਪਦੀ ਪੈਰਵੀ ਕਰੋ, ਵਕੂਲ ਕਰ ਲਓ, ਜ਼ਮਾਨਤ ਜਮੂਨਤ ਹੋ ਗਈ। ਬਾਅਦ ਦੇ ਵਿੱਚ ਉਹ ਬੰਦਾ ਮਿਲਿਆ ਮੈਨੂੰ। ਮੈਂ ਕੀ ਗੱਲ? ਉਹ ਕਹਿੰਦੇ ਮੈਨੂੰ ਤਾਂ ਫਲਾਣੇ ਨੇ ਮਾਂਜਤਾ। ਉਹ ਬੰਦੇ ਦਾ ਨਾਂ ਲਿਆ। ਮੈਂ ਕਿਹਾ ਵੀ ਕਿਉਂ ਮਾਂਜਤਾ? ਕਹਿੰਦਾ ਜੀ ਸਾਡਾ ਸਾਂਝਾ ਖਾਤਾ।
ਜ਼ਮੀਨ ਪਈ ਹੈ ਸਾਡੇ ਕੋਲ ਮੋਟੀ ਅੱਛਾ ਜੀ। ਆ ਠਾਕਰ ਫੈਮਿਲੀਜ਼ ਜਿਹੜੀ ਹੈਗੇ ਆ ਹਾਂਜੀ, ਹਾਂ, ਕਹਿੰਦੇ ਬਠਿੰਡੇ ਦੇ ਜ਼ਮੀਨ ਪਈ ਆ ਠਾਕਰ ਆ। ਮੋਟੇ, ਹਾਂ ਉਹ ਜ਼ਮੀਨ ਉਹਨਾਂ ਦੀ ਵਿਚਾਰਿਆਂ ਦੀ ਪਈ ਸੀ, ਬੇਵਾਰਸੀ ਪਈ ਸੀ। ਉਹਨਾਂ ਨੂੰ ਪਤਾ ਨਹੀਂ ਸੀ ਸਾਡੇ ਕੋਲ ਇੰਨੀ ਜਾਇਦਾਦ ਆ, ਤੇ ਹੁਣ ਜਾਇਦਾਦ ਹੋ ਗਈ ਮਹਿੰਗੀ। ਉਹ ਕਹਿੰਦੇ ਵੀ ਸਾਡਾ ਆਪਸ ਵਿੱਚ ਝਗੜਾ ਪੈ ਜਾਂਦਾ ਵੇਚਣ ਬੂਚਣ ਦਾ, ਆਪਣਾ ਕਰਕੇ ਆਪੋ ਬੰਦੇ ਮਤਲਬ ਜ਼ਮੀਨ ਹੈਗੀ ਆ ਪਰ ਪੈਸੇ ਹੈ ਨਹੀਂ ਜੀ। ਉਹਨਾਂ ਨੂੰ ਕੋਈ ਲੋੜਾਂ ਦੀ ਪੂਰਤੀ ਵਾਸਤੇ, ਤੇ ਵਿੱਚ ਮਤਲਬ ਉਹ ਜਿਹੜੇ ਆ ਨਾ ਜਿਵੇਂ ਹੁੰਦੇ ਆ ਵੀ ਉਹ ਆਪਣੀ ਬਿੱਲੀਆਂ ਦੀ ਲੜਾਈ 'ਚ ਬਾਂਦਰਾ ਵੜਿਆ। ਉਹ ਬਾਂਦਰਾ ਵਾਲੀ ਗੱਲ ਆ ਗਈ ਵੀ ਲਿਆਓ ਭਾਈ ਮੈਂ ਤੁਹਾਡਾ ਕਰਾਂ ਫੈਸਲਾ, ਕਿ ਬਾਂਦਰਾਂ ਦੀ ਲੜਾਈ 'ਚ ਬਿੱਲੀ ਆ ਗਈ ਸੀ। ਉਹ ਆ ਕੇ ਵੀ ਮੈਂ ਕਰਾਵਾਂ, ਉਹ ਕਹਿੰਦਾ ਜੀ ਉਹ ਫਿਰ ਮੇਰੇ ਤੇ ਉਹਨੇ ਪਰਚੇ ਦਰਜ ਕਰਾਤੇ, ਕਦੇ ਕਿਤੇ ਕਦੇ ਕਿਤੇ। ਹਾਂ, ਤੇ ਬੜੇ ਬੜੇ ਖੱਬੀ ਸੋਹਣੇ ਨਾਮਾਂ ਵਾਲੇ ਅਫਸਰ ਹੁੰਦੇ ਇੱਥੇ ਆਪਣੇ, ਉਹਨਾਂ ਅਫਸਰਾਂ ਨੇ ਪਰਚਾ ਦਿੱਤਾ। ਪਰਚਾ ਦੇ ਕੇ ਤੇ ਦਾਨੇਵਾਲੀਆ ਸਾਹਿਬ ਫਿਰ ਕਈਆਂ ਦੀਆਂ, ਮੈਂ ਜਦੋਂ ਆਪਣੀ ਜਨਮ ਪੱਤਰੀ ਖੋਲ ਕੇ ਦੇਖੀ ਭਾਈ, ਕਈ ਪੁਲਿਸ ਵਾਲਿਆਂ ਦੀਆਂ ਕੋਠੀਆਂ ਵੀ ਪਵਾਤੀਆਂ ਉੱਥੇ। ਅੱਛਾ ਜੀ। ਉਸ ਜ਼ਮੀਨ ਦੇ ਵਿੱਚ ਵੀ ਆਹ ਲਓ ਠੀਕ ਹੈ ਜੀ, ਇਹ ਤੋਂ ਰਜਿਸਟਰੀ ਕਰਵਾਤੀ। ਉਹ ਕਈ ਬੰਦਿਆਂ ਦੇ ਨਾਮ ਬੋਲੀ ਜਾਂਦੀ ਹੁੰਦੀ ਹੈ ਜ਼ਮੀਨ, ਪਰ ਉਹ ਫਿਜ਼ੀਕਲੀ ਹੁੰਦੀ ਨਹੀਂ ਗੀ, ਗਲੀਆਂ ਗੁਲੀਆਂ ਦੇ ਵਿੱਚ ਪਈ ਹੁੰਦੀ। ਹੁਣ ਉਹ ਬੰਦੇ ਦੀ ਅੱਜ ਜਦੋਂ ਐਸਐਸਪੀ ਵਿਜੀਲੈਂਸ ਦੇ ਦਫ਼ਤਰ ਦੇ ਕੋਲੇ ਆ ਗਏ ਤੇ ਦਾਨੇਵਾਲੀਆ ਸਾਹਿਬ ਫਿਰ ਉਹਨਾਂ ਦਾ ਜਿਹੜਾ ਅੱਜ ਦਬਦਬਾ ਪਿਆ ਹੋਊ, ਕਿਉਂਕਿ ਸਰਕੂਲੇਟ ਵੀ ਗੱਲ ਕਰਤੀ ਹੋਣੀ ਵੀ ਅਸੀਂ ਬੁੱਕਾ ਦੇ ਆਏ। ਹਾਂ, ਅਸੀਂ ਬੁੱਕੇ ਦੇ, ਫੋਟੋਆਂ ਵੀ ਪਾਉਣਗੇ ਜੀ ਕੱਲ ਨੂੰ, ਉਹ ਫੇਸਬੁੱਕ ਤੇ ਵੀ ਲੱਗਣਗੀਆਂ। ਤੇ ਨਾਲ ਫਿਰ ਆਲੇ ਪਾਸੇ ਜਿਹੜੇ ਹੈਗੇ, ਜਿਹੜੇ ਸਿਪਾਹੀ ਹੌਲਦਾਰ ਵਿਚਾਰੇ ਦੇਖਦੇ ਹੋਣਗੇ, ਉਹ ਕਹਿਣਗੇ ਆ ਫੇਰ ਉਹਨਾਂ ਨੇ ਜਾ ਕੇ ਦੱਸਤਾ ਹੋਣਾ ਜੀ ਉਹ ਤਾਂ ਐਸਐਚਓ ਸਾਹਿਬ ਉਹ ਤਾਂ ਗਏ ਸੀ, ਸਾਹਿਬ ਨਾਲ ਤਾਂ ਬਾਲੀ ਬਣਦੀ ਅੱਜ ਲੈ ਕੇ ਗਏ। ਵਿਜੀਲੈਂਸ ਦਾ ਜਿਹੜਾ ਹੈਗਾ ਤੁਹਾਨੂੰ ਪਤਾ ਦਬਦਬਾ ਕਿੰਨਾ ਹੈ, ਕਿਉਂਕਿ ਵਿਜੀਲੈਂਸ ਦਾ ਅਗਲਾ ਕਹਿੰਦਾ ਵੀ ਯਾਰ ਜੇ ਆਸ਼ੂ ਖਿੱਚ ਲਿਆ, ਜੇ ਧਰਮ ਸੋਤ ਨੂੰ ਜੇਲ੍ਹ ਦੀ ਦਾਲ ਪਿਆ ਸੀ ਜੀ, ਤੇ ਫਿਰ ਆਪਣਾ ਕੀ ਬਣੂ। ਇਸ ਢੰਗ ਦੇ ਨਾਲ ਜਿਹੜੀ ਉਹ ਠੱਗੀ ਠੋਰੀ ਬਦਲਾਅ ਹੋ ਗਿਆ, ਸੱਤਾ 'ਚ ਬਦਲਾਅ ਹੋ ਗਿਆ, ਸੱਤਾ ਦੇ ਬੰਦੇ ਬਦਲੇ ਗਏ। ਇਲੈਕਸ਼ਨਾਂ ਤੋਂ ਪਹਿਲਾਂ ਵੀ ਆਪਾਂ ਕਹਿੰਦੇ ਹੁੰਦੇ ਸੀ। ਚਲੋ ਸਾਹਿਬ, ਜਿਹੜੀ ਤੁਸੀਂ ਸੱਤਾ ਦੇ ਬੰਦੇ ਬਦਲੇ ਗਏ ਨਾ, ਹੁਣ ਦੇਖੋ ਗੱਲ ਆਪਾਂ ਆ ਜਾਈਏ ਹੁਣ ਸੱਤਾ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਬੰਦੇ ਨੇ। ਮੈਨੂੰ ਕੰਮ ਸੀ ਬਾਈ ਜਗਦੇਵ ਆਏ ਸੀਗੇ, ਉਹਨਾਂ ਤੋਂ ਸਮਾਨ ਮੰਗਾਇਆ ਸੀ ਰੇਡੀਓ ਦਾ, ਤੇ ਉਹਨਾਂ ਦਾ ਪਿੰਡ ਹੈ ਜੀ ਆਪਣੇ, ਜਦੋਂ ਨਕੋਦਰ ਨੂੰ ਜਾਂਦੇ ਆ ਤੇ ਉਹ ਜਿਹੜਾ ਟੋਲ ਪਲਾਜ਼ੇ ਦੇ ਨਾਲ ਹੀ ਹੈ, ਛੋਟੇ ਕਰਕੇ ਆਈ ਮੈਂ ਭੁੱਲ ਗਿਆ ਪਿੰਡ ਦਾ ਨਾਂ। ਜਦੋਂ ਮੈਂ ਵਾਪਸ ਮੁੜ ਰਿਹਾ ਸੀ ਤੇ ਆਪਣਾ ਗੁਰਦਾਸ ਮੇਰੇ ਨਾਲ, ਉਹਨਾਂ ਨੇ ਦੱਸਿਆ ਜੀ ਗੱਲਾਂ ਕਰਦੇ ਮਾਈਨਿੰਗ ਹੁੰਦੀ ਸੀ, ਹੁਣ ਬੰਦ ਹੋ ਗਈ, ਕਿਵੇਂ ਹੋਇਆ। ਅਸੀਂ ਆਲਾ ਦੁਆਲਾ ਦੇਖਿਆ ਤੇ ਰੁਕ ਕੇ ਮਾਈਨਿੰਗ ਬੰਦ ਸੀ, ਪਰ ਜਦੋਂ ਅਸੀਂ ਥੋੜੇ ਜਿਹੇ ਉੱਥੋਂ ਨਿਕਲੇ ਤਾਂ ਇੰਨੇ ਜਿਹੜਾ ਬੰਨ ਹੁੰਦਾ ਦਰਿਆ ਦਾ, ਉੱਥੋਂ 8-10 ਫਿਰ ਟਿੱਪਰ ਜਿਹੜੇ ਭਰੇ ਡੱਟੇ ਤੁਰੇ ਆਉਣ ਕੱਚੇ ਰਾਹ ਤੇ। ਗੁਰਦਾਸ ਕਹਿੰਦਾ ਜੀ ਖੜ ਜੀਏ। ਮੈਂ ਕਿਹਾ ਗੁਰਦਾਸ ਇੱਕ ਤਾਂ ਆਪਣੇ ਕੋਲੇ ਪ੍ਰੋਪਰ ਕੈਮਰੇ ਹੈ ਨਹੀਂ, ਮੋਬਾਈਲਾਂ ਦੀਆਂ ਤੇ ਉਹ ਗੱਲ ਜੀ ਨਹੀਂ ਬਣਦੀ, ਮਾਈਕ ਨਾ ਹੋਵੇ। ਅਗਲਾ ਕਹਿੰਦਾ ਵੀ ਤੁਸੀਂ ਕੌਣ, ਜਦੋਂ ਮਾਈਕ ਆ, ਮਾਈਕ ਇੱਕ ਆਇਡੈਂਟੀਫਿਕੇਸ਼ਨ ਹੈ। ਪਰ ਗੱਲ ਚੀਜ਼ ਆ ਗਈ। ਹੁਣ ਦੇਖੋ ਕਿ ਰੇਤਾ 4 ਗੁਣਾ ਵੱਧ ਗਿਆ। ਜਿਹੜਾ ਕਹਿੰਦੇ ਸੀ ਨਾ ਵੀ ਰੇਤਾ ਕੌਲੀਆਂ 'ਚ ਪਾ ਪੂੜੀਆਂ 'ਚ ਬੰਨ੍ਹ ਕੇ ਵੇਚਦੇ ਸੀ, ਹੁਣ ਮੈਨੂੰ ਲੱਗਦਾ ਪੂੜੀਆਂ ਵੀ ਨਹੀਂ, ਉਹ ਬਸ ਹੁਣ ਚੁੰਡੀਆਂ ਨਾਲ ਰੇਤਾ ਵਿਕਣ ਲੱਗ ਪਿਆ। ਠੀਕ, ਜਿਹੜਾ ਰਾਜਸਥਾਨ ਤੋਂ ਰੇਤਾ ਆਉਂਦਾ ਉਹਦੇ ਉੱਤੇ 10,000 ਰੁਪਏ ਟਰੱਕ ਦਾ ਜਜ਼ੀਆ ਲੱਗਣਾ ਸ਼ੁਰੂ ਹੋ ਗਿਆ। ਹਾਂਜੀ, ਗੁੰਡਾ ਟੈਕਸ। ਠੀਕ, ਹੁਣ ਇੱਕ ਚੀਜ਼ ਵੇਖਣ ਵਾਲੀ ਗੱਲ ਹੈ ਕਿ ਮੈਂ ਇੱਕ ਚੀਜ਼ ਤੁਹਾਨੂੰ ਜਿਹੜੀ ਕਹਿੰਦਾ, ਸੱਤਾ ਦੇ ਦਲਾਲਾਂ ਦੀ, ਕਾਂਗਰਸ ਵੇਲੇ ਵੀ ਉਹੀ ਮਾਈਨਿੰਗ ਕਰਦੇ ਸੀ, ਅਕਾਲੀ ਦਲ ਵੇਲੇ ਵੀ ਉਹੀ ਮਾਈਨਿੰਗ ਕਰਦੇ ਸੀ, ਤੇ ਹੁਣ ਵੀ ਉਹੀ ਮਾਈਨਿੰਗ ਕਰਦੇ। ਫਿਰ ਤੇ ਇਹ ਕਿਉਂ ਨਹੀਂ ਬਦਲੇ ਜਾ ਰਹੇ? ਇਹ ਇਸੇ ਕਰਕੇ ਨਾ ਬਦਲੇ ਜਾ ਰਹੇ, ਜਿਹੜੀ ਹੁਣ 4 ਗੁਣਾ ਮਹਿੰਗੇ ਵਾਲੀ ਗੱਲ ਕੀਤੀ ਹੈ। ਅੱਜ ਬੜੀ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਕਹਿ ਦਈਏ ਰਿਸਰਚ ਨਾਲ, ਇੱਕ ਖਬਰ ਟ੍ਰਿਬਿਊਨ ਅਖਬਾਰ 'ਚ ਪ੍ਰਕਾਸ਼ਿਤ ਹੋਈ ਹੈ ਜੀ। ਔਰ ਅੱਜ ਕੱਲ੍ਹ ਅਖਬਾਰਾਂ ਦੇ ਨਾਲੋਂ ਜਿਹੜੀ ਜ਼ਿਆਦਾ ਕ੍ਰੈਡੀਬਿਲਿਟੀ ਹੁੰਦੀ ਹੈ ਪੱਤਰਕਾਰਾਂ ਦੀ ਰਹਿ ਗਈ, ਅਖਬਾਰਾਂ ਦੀ ਨਹੀਂ। ਹਾਂ, ਵੀ ਪੱਤਰਕਾਰ ਕੌਣ ਲਿਖਦਾ। ਵੈਸੇ ਟ੍ਰਿਬਿਊਨ ਦੀ ਕ੍ਰੈਡੀਬਿਲਿਟੀ ਹੈਗੀ, ਪਰ ਟ੍ਰਿਬਿਊਨ ਦੇ ਵਿੱਚੋਂ ਵੀ ਕੌਣ ਪੱਤਰਕਾਰ ਲਿਖਦਾ। ਜਿਹੜੀ ਅੱਜ ਖਬਰ ਲਿਖੀ ਹੈ ਜੀ, ਉਹ ਟ੍ਰਿਬਿਊਨ ਦੇ ਬਿਊਰੋ ਚੀਫ ਹੈ ਮਿਸਟਰ ਸੰਜੀਵ ਸਿੰਘ ਬਰਿਆਣਾ। ਹਾਂਜੀ, ਜਿਹੜੇ ਇੱਥੇ ਰਹਿ ਕੇ ਵੀ ਗਏ। ਬਰਿਆਣਾ ਸਾਹਿਬ ਨੇ ਖਬਰ ਲਿਖੀ ਹੈ ਜੀ, ਉਹਨਾਂ ਨੇ ਐਨ ਗ੍ਰਾਸ ਰੂਟ ਲੈਵਲ ਦੇ ਉੱਤੇ ਜਾ ਕੇ ਵੀ ਕੀ ਕੁਛ ਹੋਈ ਜਾਂਦਾ ਹੈ। ਉਹ ਕਹਿੰਦੇ ਮਾਈਨਿੰਗ ਬਾਦਸਤੂਰ ਜਾਰੀ ਹੈ। ਬਿਲਕੁਲ, ਮਾਈਨਿੰਗ ਜਾਰੀ ਹੈ, ਸਖਤੀ ਹੋ ਗਈ, ਸਰਕਾਰ ਬਦਲ ਗਈ, ਪਰ ਲੋਕਾਂ ਨੂੰ ਰੇਤਾ ਪਹਿਲਾਂ ਨਾਲੋਂ 4 ਗੁਣਾ ਮਹਿੰਗਾ ਮਿਲ ਰਿਹਾ ਹੈ। ਕਹਿੰਦੇ ਜੀ ਬਜਰੀ ਰੇਤਾ ਲੈ ਕੇ ਦਿਖਾਓ, ਕੰਸਟਰਕਸ਼ਨ ਇੰਨੀ ਮਹਿੰਗੀ ਹੋ ਗਈ ਹੈ, ਗੱਲ ਹੀ ਛੱਡ ਦੇ। ਨਾਲ ਪਿਛਲੇ ਦਿਨਾਂ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਆਇਆ ਸੀ। ਉਹ ਕਿਹੜਾ ਪੁਲ ਹੈ ਜਿਹੜਾ ਗੁਰਦਾਸਪੁਰ ਵਾਲਾ, ਚੱਕੀ ਪੁਲ ਜਿਹੜਾ ਜੋਗਿੰਦਰ ਨਗਰ ਵਾਲਾ ਚੱਕੀ ਪੁਲ ਦੇ ਟੁੱਟਣ ਤੋਂ ਪਹਿਲਾਂ BSF ਨੇ ਇੱਕ ਰਿਪੋਰਟ ਭੇਜੀ ਸੀ, ਕੰਪਲੇਂਟ ਭੇਜੀ ਸੀ ਕਿ ਜੀ ਇੱਥੇ ਤਾਂ ਬਹੁਤ ਗੜਬੜ ਹੋ ਰਹੀ ਹੈ। ਜੋ BSF ਨੂੰ ਪੁੱਛਿਆ ਗਿਆ ਸੀਗਾ ਮਾਨਯੋਗ ਹਾਈ ਕੋਰਟ ਨੇ, ਤੇ ਉਹਨਾਂ ਨੇ ਕਿਹਾ ਸੀ ਜੀ ਵੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹ ਖਤਰੇ 'ਚ ਪੈ ਰਹੀ ਹੈ ਜੀ। ਹਾਈ ਕੋਰਟ ਨੇ ਫਿਰ ਸੁਜਾਨਪੁਰ ਵਾਲਾ ਵੀ ਆਈ ਹੈ, ਸੁਜਾਨਪੁਰ ਵਾਲਾ ਜੰਮੂ ਨੂੰ ਜਾਂਦਾ, ਉਹ ਜਿੱਥੇ ਆਪਣਾ ਤੁਹਾਡਾ ਦੀਨਾਨਗਰ ਥਾਣੇ ਤੇ ਹਮਲਾ ਹੋਇਆ ਸੀ ਜੀ। ਨਹੀਂ, ਇਹ ਸੁਜਾਨਪੁਰ ਵਾਲਾ ਜਦੋਂ ਪਠਾਨਕੋਟ ਲੰਘਦੇ ਆ ਨਾ, ਆਪਾਂ ਕਠੂਏ ਨੂੰ ਜਾਂਦੇ ਆ, ਜਿੱਥੇ ਆਪਾਂ ਜਦੋਂ ਸ਼ਰਮਾ ਜੀ ਦੇ ਬੇਟੇ ਦੇ ਵਿਆਹ ਤੇ ਗਏ ਆ, ਤੇ ਉਹ ਦਰਿਆ ਦੇ ਪੁਲ ਦੇ ਉੱਤੇ ਆਪਾਂ ਚਾਹ ਪਾਣੀ ਪੀਤਾ ਆਉਂਦਿਆਂ ਨੇ। ਉਹ ਵੀ ਠੀਕ ਹੈ। ਇੱਕ ਦੀਨਾਨਗਰ ਹੈ ਨਾ, ਮੈਂ ਕਿਹਾ ਜਿਹੜੇ ਥਾਣੇ ਤੇ ਹਮਲਾ ਹੋਇਆ ਸੀ ਜੀ।
ਦੀਨਾਨਗਰ ਜਿਹੜਾ ਹਮਲਾ ਹੋਇਆ ਸੀ ਉਹ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਕੀਤਾ ਸੀ ਔਰ ਪੰਜਾਬ ਪੁਲਿਸ ਦੇ ਨਾਲ ਬੜੀ ਲੰਬੀ ਉਹਨਾਂ ਦੀ ਝੜਪ ਹੋਈ ਸੀਗੀ ਜੀ ਥਾਣੇ ਤੇ ਕਬਜ਼ੇ ਕੀਤੇ ਨੂੰ ਫਿਰ ਬਾਅਦ ਦੇ ਵਿੱਚ ਉਹ ਦਹਿਸ਼ਤਗਰਦ ਮਾਰ ਲਏ ਸੀ। ਉਹ ਕਹਿੰਦੇ ਸੀ ਰਾਵੀ ਦਰਿਆ ਪਾਰ ਕਰਕੇ ਆਏ ਹੈ ਜੀ ਤੇ ਰਾਵੀ ਦਰਿਆ ਪਾਰ ਕਰਕੇ ਆਏ ਕਿੱਥੋਂ ਉਹ ਆਏ ਫਿਰ ਰਾਵੀ ਦਰਿਆ ਕਰਕੇ ਜੀ ਪਾਰ ਉਹ ਪਰਲੇ ਪਾਸਿਓਂ ਕਹਿੰਦੇ ਸੀ ਆ ਰਹੇ ਹੈ ਮਾਈਨਿੰਗ ਵਾਲੇ ਮਾਈਨਿੰਗ ਜਿਹੜੇ ਮਾਈਨਿੰਗ ਕੀਤੀ ਸੀ ਉੱਥੋਂ ਦੀ ਆਏ ਸੀ। ਹੁਣ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਵੀ ਧਿਆਨ ਚ ਆ ਗਿਆ, ਸਰਕਾਰ ਦੇ ਵੀ ਆ ਗਿਆ। ਸਰਕਾਰ ਬਿਆਨ ਤਾਂ ਦੇਈ ਜਾਂਦੀ ਹੈ, ਕਹਿੰਦੀ ਹੈ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, ਬਿਲਕੁਲ 0% ਟੋਲਰੈਂਸ ਨਾ, ਪਰ ਅਸੀਂ ਭ੍ਰਿਸ਼ਟਾਚਾਰ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਮਾਈਨਿੰਗ ਦੇ ਜਿਹੜੇ ਇੰਚਾਰਜ ਲਾਏ ਹੈ ਜਿਹੜੇ IAS ਆਫੀਸਰ ਕ੍ਰਿਸ਼ਨ ਕੁਮਾਰ, ਉਹਦੇ ਚ ਵੀ ਕੋਈ ਸ਼ੱਕ ਨਹੀਂ ਬੰਦਾ ਸਕਦਾ ਹੈ, ਪਰ ਸਵਾਲ ਕਰੋਗੇ ਕਿ ਤੁਹਾਡਾ ਸਾਰਾ ਅਮਲਾ ਫੈਲਾ ਜੀ ਸਾਰਾ ਅਮਲਾ ਫੈਲਾ ਜਿਹੜਾ ਉਹ ਇਨਵੋਲਵ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਾਜ ਭਾਵੇਂ ਅਕਾਲੀਆਂ ਦਾ ਸੀ ਭਾਵੇਂ ਕਾਂਗਰਸੀਆਂ ਦਾ ਸੀ, ਮਾਈਨਿੰਗ ਤਾਂ ਉਹੀ ਬੰਦੇ ਕਰਦੇ ਉਹੀ ਕਰੀ ਜਾਂਦੇ, ਉਹੀ ਟਿੱਪਰ ਉਹੀ ਸੰਦ ਉਹੀ ਸਾਰਾ ਕੁਝ, ਸਿਰਫ ਤੇ ਸਿਰਫ ਜਿਹੜੇ ਉੱਪਰਲੇ ਪ੍ਰਭੂ ਬਦਲ ਜਾਂਦੇ ਸੀ। ਉਹ ਹੁਣ ਤਾਂ ਉੱਪਰਲੇ ਵੀ ਨਹੀਂ ਬਦਲੇ ਜੀ, ਪਿਛਲੀ 2 ਵਾਰੀ ਤਾਂ ਮੈਂ ਦੇਖ ਲਿਆ। ਨਹੀਂ ਉੱਪਰਲੇ ਪ੍ਰਭੂ ਜਿਨ੍ਹਾਂ ਨੂੰ ਪੈਸੇ ਦੇਣੇ ਹੁੰਦੇ ਹਾਂ ਉਹ ਉੱਪਰਲੇ ਪ੍ਰਭੂ ਜਿਹੜੇ ਸੱਤਾ ਵਾਲੇ ਹੈ, ਸੱਤਾ ਵਾਲੇ ਆਪਦਾ ਹਿੱਸਾ ਪੱਤੀ ਲੈ ਲੈਂਦੇ ਸੀ। ਜੀ ਜਿਵੇਂ ਤੁਹਾਡੇ ਯਾਦ ਹੋਣਾ ਹੈ ਹਰਿਆਣੇ ਚ ਹੁੰਦਾ ਸੀ, ਹੁਣ ਤਾਂ ਖੈਰ ਘਟ ਗਿਆ ਕੰਮ। ਆਪਣੇ ਪਿੰਡ ਜੰਡਾਲਾ ਵਗੈਰਾ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਤੱਕੜੀਆਂ ਬੱਟੇ ਦੂਜੇ ਉਹ ਜਦੋਂ ਸਰਕਾਰ ਬਦਲ ਜਾਂਦੀ ਸੀਗੀ ਉਹ ਕਹਿੰਦੇ ਲਓ ਜੀ ਅਸੀਂ ਹਟ ਕੇ ਪਿਛਾ ਆ ਦੁਕਾਨ ਵੀ ਤੁਹਾਡੀ, ਜੀਪਾਂ ਵੀ ਤੁਹਾਡੀਆਂ, ਤੱਕੜੀਆਂ ਬੱਟੇ ਵੀ ਤੁਹਾਡਾ, ਸਾਰਾ ਸਮਾਨ ਹੁਣ ਤੁਸੀਂ ਕਰ ਲਓ, ਜਿਹਦੇ ਸਾਡੀ ਸਰਕਾਰ ਆ ਗਈ ਅਸੀਂ ਕਰ ਲਾਂਗੇ। ਹੁਣ ਕੰਮ ਉਲਟਾ, ਹੁਣ ਬੰਦੇ ਉਹੀ ਹੈ ਜੀ। ਉਹ ਕਹਿੰਦੇ ਜੀ ਹੁਣ ਹਾਕਮ ਬਦਲ ਗਏ, ਉਹ ਹਾਕਮਾਂ ਨੂੰ ਦੇ ਦਿੰਦੇ ਸੀ, ਕਾਲੀਆਂ ਵੇਲੇ ਵੀ ਦਿੰਦੇ ਸੀ, ਕਾਂਗਰਸੀਆਂ ਵੇਲੇ ਵੀ ਦਿੰਦੇ ਸੀ ਜੀ। ਅਸੀਂ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਵਾਲੇ ਹਾਕਮਾਂ ਨੂੰ ਪੈਸੇ ਮਿਲਦੇ। ਅਜੇ ਤੱਕ ਭਗਵੰਤ ਸਿੰਘ ਮਾਨ ਦੀ ਕ੍ਰੈਡੀਬਿਲਿਟੀ ਬਰਕਰਾਰ ਹੈ, ਬੰਦਾ ਇਮਾਨਦਾਰ ਹੈ, ਇਮਾਨਦਾਰੀ ਨਾਲ ਕੰਮ ਕਰਦਾ, ਪਰ ਜਿਹੜਾ ਸਿਸਟਮ ਹੈ ਸਿਸਟਮ ਬੇਈਮਾਨ ਹੈ। ਸਿਸਟਮ ਦੇ ਵਿੱਚ ਜੇ ਬੋਲਦਾ ਹੈ ਸਿਸਟਮ ਸਾਹਿਬ, ਹਜੇ ਜੇ ਬੋਲਦਾ ਰੇਤਾ ਇੰਨਾ ਮਹਿੰਗਾ ਹੋ ਗਿਆ, ਟਿੱਪਰ ਵੀ ਉਹੀ ਚੱਲੀ ਜਾਂਦੇ ਆ, ਫਿਰ ਪੈਸਾ ਜਾਂਦਾ ਕਿੱਧਰ ਹੈ? ਇਹ ਵੀ ਤਾਂ ਇੱਕ ਸਵਾਲ ਤਾਂ ਇਹੀ ਚੀਜ਼ ਹੈ ਨਾ ਵੀ ਕਿ ਪਾਲਿਸੀ ਕਿਹੜੀ ਹੈ ਜਿਹਦੀ ਆਪਾਂ ਕਹਿੰਦੇ ਕਿ ਜੀ ਨੀਤੀ ਬਣਾਵਾਂਗੇ, ਪਾਲਿਸੀ ਬਣਾਵਾਂਗੇ ਜੀ। ਪਹਿਲਾਂ ਪਾਲਿਸੀ ਬਣਾਉਂਦੇ ਨੂੰ 10 ਸਾਲ ਤੱਕ ਅਕਾਲੀਆਂ ਨੇ ਪਾਲਿਸੀ ਬਣਾਤੀ, 5 ਸਾਲ ਕਾਂਗਰਸ ਵਾਲਿਆਂ ਨੇ ਪਾਲਿਸੀ ਐਡੀ ਪੱਧਰ ਕਰਤੀ ਕਿ ਲੋਕਾਂ ਦਾ ਜਿਉਣਾ ਦੁੱਬਰ ਕਰਤਾ ਸੀ। ਤੇ ਹੁਣ ਹਾਲਤ ਇਹ ਕਿ ਲੋਕਾਂ ਨੇ ਤੋਬਾ ਕਰ ਲਈ ਕਿ ਜੀ ਇਸ ਤਾਂ ਲੈ ਹੀ ਨਹੀਂ ਸਕਦੇ ਕੁਝ, ਐਡਾ ਪੈੜਾ ਹਾਲ। ਮੇਰਾ ਖਿਆਲ ਵੀ ਇਹੋ ਜਿਹਾ ਹੁਣ ਇਹਨੂੰ ਕਹੋਗੇ ਕੀ ਜੀ? ਆਪਾਂ ਇਹੀ ਗੱਲ ਕਹਿੰਦੇ ਹੁੰਦੇ ਸੀ ਨਾ ਕਿ ਜਿੰਨਾ ਮਰਜ਼ੀ ਆ ਕਰ ਲਓ, ਤੁਸੀਂ ਬਦਲਾਅ ਕਰ ਲਓ ਸੱਤਾ 'ਚ, ਬੰਦੇ ਬਦਲ ਦਿਓਗੇ ਲੇਕਿਨ ਸਿਸਟਮ ਤਾਂ ਨਹੀਂ ਬਦਲਦਾ। ਸਵਰਾਜ ਵਾਲੀ ਗੱਲ ਕੀਤੀ ਸੀ ਕੇਜਰੀਵਾਲ ਹੋਰਾਂ ਨੇ, ਸਵਰਾਜ ਇਹਨਾਂ ਨੇ ਕਿਤਾਬ 'ਚ ਲਿਖਿਆ ਸੀ ਜੀ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਸੇ ਸਿਸਟਮ ਦੇ ਵਿੱਚ ਰਹਿ ਕੇ, ਇਸੇ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਹਕੂਮਤ ਦੇਵਾਂਗੇ ਜੀ। ਇਹ 2017 ਦੀਆਂ ਚੋਣਾਂ ਵੇਲੇ ਵੀ ਆਪਾਂ ਕਹਿੰਦੇ ਸੀ ਕਿ ਜੇ ਸਿਸਟਮ ਉਹੀ ਰਹਿਣਾ ਜਿਹੜਾ ਸਿਸਟਮ ਭ੍ਰਿਸ਼ਟਾਚਾਰ ਪੈਦਾ ਕਰਦਾ ਹੈ ਜੀ, ਬੰਦੇ ਬਦਲਣ ਨਾਲ ਤਾਂ ਨਹੀਂ ਭ੍ਰਿਸ਼ਟਾਚਾਰ ਦੂਰ ਹੁੰਦਾ। ਔਰ ਜਿਹੜੀ ਗੱਲ ਆਪਾਂ ਉਦੋਂ ਕਹਿੰਦੇ ਸੀ ਉਹੀ ਗੱਲ ਹੁਣ ਅੰਨਾ ਹਜ਼ਾਰੇ ਨੇ ਵੀ ਕਹਿਤੀ ਕਿ ਕੇਜਰੀਵਾਲ ਜੀ ਤੁਸੀਂ ਅੰਦੋਲਨ ਚੋਂ ਪੈਦਾ ਹੋਏ ਵੀ ਹੋ ਜੀ, ਇਹ ਤੁਹਾਡੀ ਗੱਲ ਕਿੱਧਰ ਨੂੰ ਜਾ ਰਹੀ ਹੈ? ਇੱਥੇ ਤਾਂ ਭ੍ਰਿਸ਼ਟਾਚਾਰ ਦੀ ਦਲਦਲ 'ਚ ਤੁਸੀਂ ਫਸ ਗਏ ਹੋ। ਇੰਨੀਆਂ ਗੱਲਾਂ ਜੇ ਉਹਨੇ ਕਹਿ ਦਿੱਤੀਆਂ ਤੇ ਕੇਜਰੀਵਾਲ ਜੀ ਕਹਿੰਦੇ ਜੀ ਉਹ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਉਹ ਤੋਂ ਕਹਾਉਂਦੇ ਆ, ਇਹ ਤੇ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਤਾਂ ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਉਸੇ ਸਿਸਟਮ ਦੇ ਰਹਿੰਦਿਆਂ ਹੋਇਆਂ ਬੰਦੇ ਤਾਂ ਬਦਲ ਗਏ ਜੀ। ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ, ਇਹਨਾਂ ਚਾਰਾਂ ਦੀ ਥਾਂ ਦੇ ਉੱਤੇ ਹੁਣ ਆ ਗਏ ਭਗਵੰਤ ਸਿੰਘ ਮਾਨ। ਭਗਵੰਤ ਸਿੰਘ ਮਾਨ ਪੈਸੇ ਨਹੀਂ ਖਾਂਦਾ, ਉਹਦੇ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲੱਗਦਾ, ਪਰ ਇਹ ਫਿਰ ਰੇਤਾ ਬਜਰੀ ਸਸਤਾ ਕਿਉਂ ਨਹੀਂ ਹੋ ਰਿਹਾ? ਇਹ ਸਵਾਲਾਂ ਦਾ ਸਵਾਲ ਇਹ ਹੈ ਕਿ ਜੇ ਤੁਸੀਂ ਗੰਦਲਿਆ ਪਾਣੀ, ਟੈਂਕੀ ਗੰਦਲੇ ਪਾਣੀ ਦੀ ਭਰ ਦਿਓਗੇ ਤੇ ਮੂਹਰੇ ਸੋਨੇ ਦੀ ਟੂਟੀ ਲਾ ਦਿਓਗੇ, ਉਹਦੇ ਨਾਲ ਸੋਨੇ ਦੀ ਟੂਟੀ ਦੇ ਵਿੱਚ ਦੀ ਪਾਣੀ ਤਾਂ ਨਿਕਲੂਗਾ ਪਰ ਪਾਣੀ ਸਾਫ਼ ਨਹੀਂ ਨਿਕਲੂ, ਗੰਦਲਿਆ ਪਾਣੀ ਨਿਕਲਣਾ। ਤੇ ਦਾਨੇ ਵਾਲੀ ਜੀ ਇਹ ਉਹੀ ਗੰਦਲਿਆ ਪਾਣੀ ਹੈ ਜਿਹਨੂੰ ਸੂਤ ਕਰਨ ਦੀ ਲੋੜ ਹੈ। ਜਿੰਨੀ ਦੇਰ ਤੱਕ ਤੁਸੀਂ ਬੁਨਿਆਦੀ ਤੌਰ ਤੇ ਇਸ ਸਿਸਟਮ ਨੂੰ ਚੇਂਜ ਨਹੀਂ ਕਰਦੇ ਜੀ, ਤੁਸੀਂ ਨਵੀਂ ਪਾਲਿਸੀ ਜਿਹੜੀ ਪਾਲਿਸੀ ਨਹੀਂ, ਸਾਰਾ ਕੁਝ ਬਦਲਣ ਦੀ ਲੋੜ ਹੈ। ਤੁਹਾਨੂੰ ਇਹੋ ਜਿਹਾ ਸਿਸਟਮ ਬਦਲਣ ਦੀ ਲੋੜ ਹੈ ਜਿਹੜੇ ਸਿਸਟਮ ਦੇ ਵਿੱਚੋਂ ਆ ਭ੍ਰਿਸ਼ਟਾਚਾਰ ਦੀ ਬੋ ਹੁੰਦੇ। ਤੁਸੀਂ ਕਿਤੇ ਜਾ ਕੇ ਗੱਲ ਕਰ ਲਓ, ਕਿਸੇ ਅਫਸਰ ਨੂੰ ਮਿਲ ਲਓ ਜੀ ਵੀ ਆ ਤੁਹਾਡਾ ਜੀ ਹੁਕਮ ਗਲਤ ਹੈ, ਤੇ ਤੁਹਾਨੂੰ ਪਤਾ ਕੀ ਜਵਾਬ ਕੀ ਹੋਊਗਾ ਜੀ। ਉਹ ਇਹ ਨਹੀਂ ਕਹਿੰਦੇ ਸਾਡਾ ਫੈਸਲਾ ਗਲਤ ਹੈ ਜਾਂ ਆਪਣਾ ਜਾਂ ਸਾਡਾ ਅਸੀਂ ਜੋ ਡਿਸਾਈਡ ਕੀਤਾ ਇਹ ਠੀਕ ਆ, ਉਹ ਨਹੀਂ ਕਹਿਣਗੇ। ਉਹ ਕਹਿਣਗੇ ਜਾਣਗੇ ਜੀ ਸਿਸਟਮ ਹੈ। ਤੁਸੀਂ ਹੁਣ ਆਪਦੇ ਜਿਹੜੀ ਥੋੜੀ ਹਾਊਸਿੰਗ ਸੁਸਾਇਟੀ ਹੈ ਉਹਦੇ ਪ੍ਰਧਾਨ ਹੋ ਜੀ। ਉਹ ਪ੍ਰਧਾਨ ਕਰਕੇ ਕਿੰਨੇ ਵਾਰੀ ਤਾਂ ਮੈਂ ਦੇਖਿਆ ਤੁਹਾਨੂੰ ਵੀ, ਕਦੇ ਤੁਸੀਂ ਕਾਰਪੋਰੇਸ਼ਨ ਵਾਲੇ ਦੇ ਦਫ਼ਤਰ ਜਾਂਦੇ ਹੋ, ਕਦੇ ਤੁਸੀਂ ਪੁੱਡਾ ਵਾਲਿਆਂ ਦੇ ਦਫ਼ਤਰ ਜਾਂਦੇ ਹੋ,
ਉਹੀ ਬੰਦੇ, ਉਹੀ ਲੀਡਰ, ਉਹੀ ਸਾਰਾ ਕੁਝ ਸਾਰਾ ਕੁਝ ਤੁਸੀਂ ਜ਼ੋਰ ਲਾ ਕੇ ਮਰ ਗਏ। ਕਾਰਪੋਰੇਸ਼ਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਵੇਲੇ ਐਨ ਪੂਰੀ ਮਲਾਈ ਖਾਧੀ ਸੀ, ਉਹ ਬੰਦੇ ਕਾਂਗਰਸ ਵੇਲੇ ਵੀ ਰਹੇ। ਉਹੀ ਬੰਦੇ ਹੁਣ ਆਮ ਆਦਮੀ ਪਾਰਟੀ ਵਾਲੇ। ਇਹ ਦੇਖੋ, ਨਾਲੇ ਉਹਨਾਂ ਤੇ ਉਹੀ ਰੋਪ ਲਾਉਂਦੇ, ਇੱਕ ਵਾਰੀ ਬਦਲੀ ਕਰਦੇ ਫੇਰ ਮੁੜ ਕੇ ਆ ਜਾਂਦੇ। ਕਿੰਨੇ ਜਿਹੜੇ ਕਮਾਊ ਪੁੱਤ ਇੱਥੋਂ ਕੱਢੇ ਤੇ ਫੇਰ ਪੁੱਠੇ ਲੈਂਦੇ। ਫਿਰ ਉਹੀ ਸਰਕਾਰੀ ਬੰਦੇ ਤੇ ਸੱਤਾ ਦੇ ਦਲਾਲ ਜੀ, ਸੱਤਾ ਦੇ ਦਲਾਲ ਨੇ ਜਿਹੜੇ, ਕਿਉਂਕਿ ਸੱਤਾ ਵਾਸਤੇ ਹੁਣ ਮਾਫ ਕਰਨਾ, ਆਪਾਂ ਸਰਟੀਫਿਕੇਟ ਤਾਂ ਦੇਤੇ, ਮੈਂ ਦੋ ਤਿੰਨ ਹਾਂ ਦੇਤੇ ਦੋ ਇਹਨਾਂ ਨੂੰ, ਆਪਾਂ ਨੂੰ ਭਗਵੰਤ ਸਿੰਘ ਮਾਨ ਹੋਰਾਂ ਨੂੰ, ਉਹ ਆਪਦੇ ਘਰ ਵਾਸਤੇ ਪੈਸੇ ਨਹੀਂ ਲੈਂਦੇ। ਹਾਂ, ਪਰ ਕੀ ਪਾਰਟੀ ਲਈ ਕੱਲ ਜੇ ਹੁਣ ਪਾਰਟੀ ਕਹਿ ਦੂਗੀ ਜੀ ਪੈਸੇ ਚਾਹੀਦੇ ਹੈ, ਤੇ ਪੈਸੇ ਹੁਣ ਭਗਵੰਤ ਸਿੰਘ ਮਾਨ ਵਿਚਾਰਾ ਜ਼ਮੀਨ ਵੇਚ ਕੇ ਤਾਂ ਦੇਣੋਂ ਰਿਹਾ। ਸੁੱਖ ਨਾਲ ਹੁਣ ਤਾਂ ਮਤਲਬ ਜਿਹੜਾ ਹੈਗਾ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਜੀ ਜੀ। ਤੇ ਉਹ ਫਿਰ ਜਿਹੜੇ ਪੈਸੇ ਤਾਂ ਫਿਰ ਉਹ ਫਿਰ ਸੱਤਾ ਦੇ ਦਲਾਲ ਹੀ ਦੇਣਗੇ ਨਾ। ਬਿਲਕੁਲ ਬਿਲਕੁਲ। ਉਹ ਤਾਂ ਫਿਰ ਉਸ ਕੰਮ ਵਾਸਤੇ ਹੁੰਦੀ ਹੈ। ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਨਾਲੇ ਕਹਿੰਦੇ ਨਾ, ਪਾਰਟੀਆਂ ਤਾਂ ਆਪਾਂ ਵੀ ਪਹਿਲਾਂ ਕਹਿੰਦੇ ਆ ਕਿ ਉਹ ਸੂਬਿਆਂ ਦੇ ਸਿਰ ਤੇ ਹੀ ਚੱਲਦੀਆਂ। ਨਹੀਂ, ਚੱਲਦੀਆਂ ਆਪਾਂ ਕਹਿੰਦੇ ਕਿ ਹੁਣ ਕਾਂਗਰਸ ਪਾਰਟੀ ਦਾ ਬੁਰਾ ਹਾਲ ਕਿਉਂ ਹੈ? ਕਾਂਗਰਸ ਪਾਰਟੀ ਦਾ ਬੇਸ ਕੋਈ ਭਾਰਤੀ ਜਨਤਾ ਪਾਰਟੀ ਦਾ ਉਹ ਘੱਟ ਨਹੀਂ ਹੈ ਨਾ, ਪਰ ਉਹਦੇ ਕਮਾਊ ਪੁੱਤ ਨਹੀਂ। ਭਾਰਤੀ ਜਨਤਾ ਪਾਰਟੀ ਦੇ ਕੋਲੇ ਸੱਤਾ ਹੈ ਸੈਂਟਰ ਦੀ। ਸੈਂਟਰ ਦੀ ਸੱਤਾ ਹੋਣ ਕਰਕੇ ਉਹਨਾਂ ਨੂੰ ਕਾਰਪੋਰੇਟ ਘਰਾਣੇ ਤੋਂ ਪੈਸੇ ਮਿਲਦੇ। ਜੀ ਜੀ। ਜਿਹੜਾ ਇਲੈਕਟਰਲ ਬੌਂਡ ਸੀ, ਇਲੈਕਟਰਲ ਬੌਂਡ ਦੇ ਰਾਹੀਂ ਕਿੰਨਾ ਪੈਸਾ ਆਇਆ ਜਿਹਦਾ ਦੱਸਣਾ ਨਹੀਂ, ਸੋਰਸ ਹੀ ਨਹੀਂ ਦੱਸਣਾ। ਜੀ ਜੀ, ਬਿਲਕੁਲ। ਕਿੰਨਾ ਪੈਸਾ ਹੈ ਭਾਰਤੀ ਜਨਤਾ ਪਾਰਟੀ ਕੋਲੇ ਬਾਹਲਾ ਹੈ ਤੇ ਕਾਂਗਰਸ ਪਾਰਟੀ ਕੋਲ ਤਾਂ ਨਾ ਮਾਤਰਾ ਹੈ। ਦੂਜਾ, ਜੇ ਪਾਰਟੀ ਨੇ ਆਪਦਾ ਕੰਮ ਧੰਦਾ ਚਲਾਉਣਾ, ਦਫ਼ਤਰ ਚਲਾਉਣੇ ਆ, ਆਪਦੇ ਜਿਹੜੇ ਉਹਨਾਂ ਦੇ ਮੁਲਾਜ਼ਮਾਂ ਉਹਨਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਕੋਲ ਸਟੇਟਾਂ ਕਹਿ ਰਹੀਆਂ 2.5 ਕਿਉਂ, ਤਾਂ 2 ਹੀ ਰਹਿ ਗਈਆਂ। ਆ ਤਾਂ ਮੇਰੇ 2.5 2 ਹੀ ਰਹਿ ਗਈਆਂ। ਮਹਾਰਾਸ਼ਟਰ ਵੀ ਨਿਕਲ ਗਈ ਅੱਧੀ ਕਾਪਾ ਪਹਿਲਾਂ ਉਹ ਲਾ ਲੈਂਦੇ ਸੀ। ਝਾਰਖੰਡ ਤੇ ਸਤੀਸ਼ਗੜ੍ਹ ਬਰਾਬਰ ਜੀ ਹੈ, ਤੇ ਇੱਕ ਥੋੜੀ ਰਾਜਸਥਾਨ ਰਹਿ ਗਈ ਬਸ। ਤੇ ਇਹਨਾਂ ਦੇ ਵਿੱਚ ਹੁਣ ਪੈਸਾ ਆਊਗਾ ਕਿੱਥੋਂ? ਇਹੀ ਚੀਜ਼ ਜਿਹੜੀ ਹੈਗੀ ਹੁਣ, ਉਹ ਇਲਜ਼ਾਮ ਤਾਂ ਇਹੀ ਲੱਗਦੇ ਕਿ ਪੈਸਾ ਜਿਹੜਾ ਹੈਗਾ ਇਲੈਕਸ਼ਨਾਂ ਵਾਸਤੇ ਪੈਸਾ ਕਿੱਥੋਂ ਕੱਢਿਆ ਜਾਂਦਾ ਹੈ। ਆਪਣਾ ਮਾਨਕ ਗੋਇਲ ਤੀਜੇ ਇੱਕ ਦਿਨ ਮਗਰੋਂ RTI ਪਾ ਦਿੰਦਾ ਜੀ ਜੀ, ਤੇ ਉਸ RTI ਦੇ ਰਾਹੀਂ ਪਤਾ ਲੱਗਦਾ ਜੀ ਆਹ ਹੋ ਗਿਆ ਉਹਨੇ ਉਹ ਪਾਈ ਸੀ ਨਾ ਵੀ ਇਹ ਦੱਸਿਆ ਜਾਵੇ ਜੀ ਜਹਾਜ਼ ਦੇ ਉੱਤੇ ਖਰਚਾ ਕਿੰਨਾ ਹੈ। ਇੱਥੋਂ ਜਵਾਬ ਦਿੱਤਾ, ਕਹਿੰਦੇ ਜੀ ਨਹੀਂ ਦੱਸਿਆ ਜਾ ਸਕਦਾ। ਹਾਂ, ਉਹ ਕਮਿਸ਼ਨ ਕੋਲੇ ਚਲਾ ਗਿਆ, ਕਮਿਸ਼ਨ ਨੇ ਆਰਡਰ ਕਰਤਾ ਵੀ ਦਿਓ, ਤੇ ਹੁਣ ਉਹ ਹੁਣ ਜਦੋਂ ਦੇਤਾ, ਜਿੱਦੇ ਆ ਗਿਆ ਤੇ ਫਿਰ ਪਤਾ ਲੱਗੂਗਾ ਵੀ ਕੀ ਹੋਇਆ। ਉਹ ਜਿਹੜਾ ਪੈਸਾ ਖਰਚ ਆਉਂਦਾ ਫਿਰ ਕਿੱਥੋਂ ਆਉਂਦਾ? ਉਹ ਫਿਰ ਇਹੋ ਜਿਹੇ ਥਾਵਾਂ ਤੋਂ ਆਉਂਦਾ। ਵਿਅਕਤੀਗਤ ਤੌਰ ਤੇ ਬੰਦੇ ਇਮਾਨਦਾਰ ਹੈਗੇ ਜੀ, ਪਰ ਪਾਰਟੀ ਲਈ ਤਾਂ ਪੈਸਾ ਚਾਹੀਦਾ ਨਾ। ਪਾਰਟੀ ਦੀਆਂ ਲੋੜਾਂ ਤਾਂ ਪੂਰੀਆਂ ਹੁੰਦੀਆਂ, ਉਹ ਫਿਰ ਇਹੀ ਬੰਦੇ ਦਿੰਦੇ ਆ, ਸੱਤਾ ਦੇ ਦਲਾਲ। ਉਹ ਫਿਰ ਕਹਿੰਦੇ ਵੀ ਭਾਈ ਆ ਕਰੋ ਕੁਛ ਨਾ ਕੁਛ, ਸੱਤਾ ਦੇ ਦਲਾਲਾਂ ਨੇ ਪ੍ਰਬੰਧ ਕਰਨਾ ਜੀ। ਬਿਲਕੁਲ ਸਹੀ ਗੱਲ ਹੈ ਜੀ। ਇਹ ਨੇ ਸੱਤਾ ਦੇ ਦਲਾਲ, ਤੇ ਸੱਤਾ ਦੇ ਦਲਾਲਾਂ ਦੀ ਢਿੱਲੋਂ ਸਾਹਿਬ ਫਿਰ ਇੱਕ ਵੀਡੀਓ ਵੀ ਵਾਇਰਲ ਹੋ ਗਈ, ਜਿਹੜੇ ਸ਼ਰਾਬ ਦੇ ਵਿੱਚ ਵੀ ਸੱਤਾ ਦੇ ਦਲਾਲ ਨੇ। ਦਾਨੇ ਵਾਲੀਆ ਸਾਹਿਬ, ਉਹ ਤਾਂ ਵੀਡੀਓ ਬੜੀ ਕਲੱਲੀ ਹੈ। ਹਾਂ, ਜਿਹੜਾ ਪਿਛਲੇ ਦਿਨਾਂ ਦੇ ਵਿੱਚ CBI ਨੇ ਪਰਚਾ ਦਰਜ ਕੀਤਾ ਸੀ, FIR ਦਰਜ ਕੀਤੀ ਹੈ, ਜਾਂ ਉਹਦਾ ਕੋਈ ਨਾਂ ਹੋਰ ਹੈ, CBI ਵਾਲੇ ਕੀ ਲੈਂਦੇ ਉਹਦਾ ਨਾਂ, ਪਹਿਲੀ ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਉਹਨਾਂ ਨੇ ਦਰਜ ਕੀਤੀ ਹੈ, ਉਹਦੇ ਵਿੱਚ ਮਾਣਯੋਗ ਮਨੀਸ਼ ਸਿਸੋਦੀਆ ਸਾਹਿਬ ਦਾ ਨਾਮ ਵੀ ਹੈ ਜੀ। ਜਿਹੜੇ ਸਿਸੋਦੀਆ ਸਾਹਿਬ ਦਾ ਆਪਾਂ ਨੂੰ ਪਤਾ ਹੀ ਹੈ ਵੀ ਉਹ ਡਿਪਟੀ ਮੁੱਖ ਮੰਤਰੀ ਹੈ ਜੀ। ਅਸਲ ਦੇ ਵਿੱਚ ਡਿਪਟੀ ਮੁੱਖ ਮੰਤਰੀ ਨਹੀਂ, ਮੈਂ ਤਾਂ ਕਹੂੰਗਾ ਉਹ ਐਕਟਿੰਗ ਮੁੱਖ ਮੰਤਰੀ ਹੈ। ਕਿਉਂਕਿ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਜ਼ਰੂਰ ਹੈ, ਲੇਕਿਨ ਉਹਨਾਂ ਨੇ ਆਪਣੇ ਕੋਲ ਅਹੁਦਾ ਨਹੀਂ ਕੋਈ ਰੱਖਿਆ। ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਉਹਨਾਂ ਨੇ ਵੰਡੇ ਹੋਏ ਹੈ। ਔਰ ਜਦੋਂ ਕੇਜਰੀਵਾਲ ਸਾਹਿਬ ਦਾ ਨੈਸ਼ਨਲ ਕਾਰੋਬਾਰ ਦੇਖਦੇ ਆ, ਨੈਸ਼ਨਲ ਲੈਵਲ ਦੇ ਉੱਤੇ ਵੱਖ-ਵੱਖ ਸਟੇਟਾਂ ਜਾਂਦੇ ਆ, ਤੇ ਦਿੱਲੀ ਦਾ ਕਾਰੋਬਾਰ ਉਹੀ ਸੰਭਾਲਦੇ ਹੈ ਸਰਕਾਰ ਦਾ। ਉਹਨਾਂ ਦਾ ਨਾਮ ਵੀ ਉਸ FIR 'ਚ ਹੈ। 13 ਨੰਬਰ ਲੜੀ ਨੰਬਰ 13 ਦੇ ਉੱਤੇ ਇੱਕ ਬੰਦੇ ਦਾ ਨਾਂ ਹੈ ਜੀ, ਸ਼ਾਇਦ ਉਹਦਾ ਨਾਂ ਸ਼ਨੀ ਮਰਵਾਹਾ ਹੈ। ਮਰਵਾਹਾ ਜੀ, ਤੇ ਉਹਦਾ ਬਾਪ ਹੈ ਜੀ ਮਿਸਟਰ ਮਰਵਾਹਾ, ਕੁਲਵਿੰਦਰ ਮਰਵਾਹਾ ਹੈ ਸ਼ਾਇਦ ਦਾ ਨਾਮ। ਉਹਦਾ ਇੱਕ ਸਟਿੰਗ ਆਪਰੇਸ਼ਨ ਆ ਗਿਆ ਸਾਹਮਣੇ। ਅੱਛਾ ਜੀ। ਉਹ ਗੱਲਾਂ ਕਰ ਰਿਹਾ ਆਪਸ ਵਿੱਚ ਕਿਸੇ ਬੰਦੇ ਨਾਲ ਬੈਠਾ ਘਰ ਦੇ ਵਿੱਚ। ਹਾਂਜੀ। ਕਹਿੰਦੇ ਵੀ ਕੀ ਗੱਲ? ਉਹ ਕਹਿੰਦਾ ਯਾਰ ਗੱਲ ਕੀ ਆ ਵੀ ਤਾਂ ਜਿਹੜੀ ਆ ਨੀਤੀ ਹੈ ਠੀਕ ਨਹੀਂ। ਅਸੀਂ ਤਾਂ ਕਹਿੰਦਾ ਯਾਰ ਜਮਾਂ ਹੀ ਰਗੜੇ ਗਏ। ਉਹ ਕਹਿੰਦੇ ਜੀ ਕਿਵੇਂ? ਕਹਿੰਦਾ ਲੋਕ ਵੀ ਰਗੜੇ ਗਏ ਤੇ ਅਸੀਂ ਵੀ ਰਗੜੇ ਗਏ ਜੀ। ਸਾਨੂੰ ਕਹਿੰਦਾ ਉਹਨੇ ਸਿੱਧਾ ਕਹਿਤਾ ਕਿ ਤੁਹਾਥੋਂ ਲੈਣੇ, ਜਿਹੜੀ ਨਵੀਂ ਸ਼ਰਾਬ ਪਾਲਿਸੀ ਕਿ ਤੁਹਾਥੋਂ ਲੈਣੇ ਇੰਨੇ ਪੈਸੇ ਵੱਜਵੇਂ। ਹਾਂ, ਉਹ ਪੈਸੇ ਸਾਨੂੰ ਦਿਓ, ਉਹ ਤੋਂ ਬਾਅਦ ਸ਼ਰਾਬ ਵੇਚਣੀ ਹੈ ਤੁਸੀਂ, ਜਿੱਥੇ ਮਰਜ਼ੀ ਖੋਲੋ ਆਪਦੀ ਦੁਕਾਨ। ਜਿੰਨੇ ਵੱਧ, ਜਿਵੇਂ ਆਪਣੇ ਪੰਜਾਬ 'ਚ ਕਹਿ ਦਿੰਦੇ ਠੇਕੇ ਯਾਰ ਦੱਬੀ ਚੱਲੋ, ਅੱਖਾਂ ਮੀਚ ਲੈਂਦੇ ਆ। ਹਾਂ, ਜਿੱਥੇ ਮਰਜ਼ੀ ਕਹਿੰਦੇ ਆਪਦੀ ਖੋਲੋ ਦੁਕਾਨ, ਤੇ ਜਿੱਥੇ ਮਰਜ਼ੀ ਹੈ ਤੁਸੀਂ ਆਪਦਾ ਜਿਹੜਾ ਹੈਗਾ ਲਿਜਾਣਾ ਰੇਟ ਲੈ ਜਾਓ, ਜਿਸ ਭਾਅ ਵੇਚਣੀ ਹੈ ਵੇਚ ਦਿਓ ਜੀ। ਤੇ ਸਾਨੂੰ ਜਿਹੜਾ ਹੈਗਾ ਭਾਈ ਸਾਹਿਬ ਇੰਨਾ ਪੈਸਾ ਚਾਹੀਦਾ ਸਰਕਾਰ ਨੂੰ। ਤੇ ਸਰਕਾਰ ਤੋਂ ਬਾਅਦ ਫਿਰ ਉਹ ਪਾਰਟੀ ਵਾਲਾ ਵੀ ਫਿਰ ਆ ਜਾਂਦੀ ਹੈ ਗੱਲ ਜੀ। ਉਹ ਕਹਿੰਦੇ ਵੀ ਜਿਹੜੇ ਹੈਗੇ ਹੈ 2% ਹੁੰਦਾ ਸੀ ਪਹਿਲਾਂ, 2% ਦੀ ਬਜਾਏ ਜਿਹੜਾ ਵਧਾ ਕੇ ਕਰਤਾ 12%। ਅੱਛਾ ਜੀ। 12% ਦੇ ਵਿੱਚੋਂ ਕਹਿੰਦਾ ਵੀ ਜ਼ਿਆਦਾਤਰ ਹਿੱਸਾ ਜਿਹੜਾ ਹੈਗਾ 80%, ਉਹ ਤਾਂ ਕਹਿੰਦੇ ਜੀ ਫਿਰ ਵੱਡੇ ਲੀਡਰਾਂ ਦੇ ਕੋਲ ਜਾਂਦਾ ਹੈ ਜੀ। ਤੇ ਜਿਹੜਾ ਵੱਡੇ ਲੀਡਰਾਂ ਕੋਲ ਇਕੱਲਾ ਪੈਸਾ ਨਹੀਂ ਜਾਂਦਾ, ਪੈਸਾ ਵੀ ਕਹਿੰਦੇ ਵੀ ਇਹਨੂੰ 1 ਨੰਬਰ 'ਚ ਕਰਕੇ ਦਿਓ ਜੀ। 2 ਨੰਬਰ ਦਾ ਪੈਸਾ ਤਾਂ ਕਹਿੰਦੇ ਵੀ ਸਾਡੇ ਕੋਲ ਤਾਂ ਨੋਟਾਂ ਦੇ
ਗੱਟੇ ਦਾ ਭਰੇ ਹੋਏ ਹੈ। ਹੂੰ ਇਹ ਤਾਂ ਅਸੀਂ ਦੇ ਨਹੀਂ ਸਕਦੇ, ਹੁਣ 1 ਨੰਬਰ ਦਾ ਕਰਕੇ ਦੇਣਾ ਹੈ। ਜੀ। ਤੇ 1 ਨੰਬਰ ਦਾ ਕਰਨ ਵਾਸਤੇ ਵੀ ਦਾਨੇ ਵਾਲੀਆ ਸਾਹਿਬ ਹੁਣ ਮੇਰੇ ਤਾਂ ਗੋਰਖ ਧੰਦਾ ਹੀ ਸਮਝ ਨਹੀਂ ਆਉਂਦਾ ਵੀ 1 ਨੰਬਰ ਦਾ ਕਿਵੇਂ ਹੁੰਦਾ ਤੇ 2 ਨੰਬਰ ਦਾ ਕਿਵੇਂ ਹੁੰਦਾ ਜੀ। ਆਪਾਂ ਨੂੰ ਤਾਂ ਕਿਉਂਕਿ ਵੀ ਇੰਨੇ ਕੁ ਪੈਸੇ ਹੈਗੇ, ਉਹਨੇ ਕਿ ਆਈ ਚਲਾਈ ਚੱਲਦੀ ਹੈ, ਉਹਦੇ ਨਾਲ ਚੱਲੀ ਜਾਂਦਾ। ਹੁਣ ਉਹ ਆ ਗਿਆ ਗੱਲ ਜੀ। ਉਹਦੇ ਵਿੱਚੋਂ ਅਗਲੀ ਗੱਲ ਕਹਿੰਦੇ ਕਿ ਸਾਨੂੰ ਜਿਹੜੀ ਹੈਗੀ ਹੈ ਪੂਰੀ ਇਜਾਜ਼ਤ ਦਿੱਤੀ ਹੋਈ ਹੈ ਕਿ ਤੁਸੀਂ ਜੋ ਮਰਜ਼ੀ ਆ ਵੇਚੋ। ਇਹਦੇ ਤੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਤੀ ਸੰਬਤ ਪਾਤਰਾ ਨੇ ਜੀ। ਸੰਬਤ ਪਾਤਰਾ ਤੁਹਾਨੂੰ ਪਤਾ ਵੀ ਬੜਾ ਭਾਰਤੀ ਜਨਤਾ ਪਾਰਟੀ ਦਾ ਆਪਦੇ ਆਪ ਨੂੰ ਤਾਂ ਖੱਬੀ ਖਾਨ ਲੀਡਰ ਸਮਝਦਾ, ਲੇਕਿਨ ਉਹਦੇ ਮੂੰਹ ਦੇ ਵਿੱਚੋਂ ਲੱਗਦਾ ਤੇ ਐਂ ਜਿਵੇਂ ਫੁੱਲ ਖਿਰਦੇ ਹੁੰਦੇ ਆ ਤੇ ਅਸਲ ਦੇ ਵਿੱਚ ਫੁੱਲ ਨਹੀਂ ਖਿਰਦੇ, ਗਹਿਰੇ ਨਿਕਲਦੇ। ਉਹਨੇ ਜੀ ਕੱਲ ਜਿਹੜਾ ਸਟਿੰਗ ਆਪਰੇਸ਼ਨ ਕੀਤਾ, ਕਹਿੰਦਾ ਜੀ ਸਟਿੰਗ ਮਾਸਟਰ ਫੜਿਆ ਗਿਆ। ਅੱਛਾ ਜੀ। ਸਟਿੰਗ ਮਾਸਟਰ ਦਾ ਸਟਿੰਗ ਹੋ ਗਿਆ। ਅੱਛਾ ਜੀ। ਹੁਣ ਸਟਿੰਗ ਮਾਸਟਰ ਕੌਣ ਹੈ? ਹੂੰ। ਸਟਿੰਗ ਮਾਸਟਰ ਜੇ ਆਪਾਂ ਦੇਖੀਏ ਉਹ ਤਾਂ ਤਾਂ ਸਟਿੰਗਾਂ ਵਾਲੀ ਕਾਰਵਾਈ ਸ਼ੁਰੂ ਕੀਤੀ ਸੀ ਕੇਜਰੀਵਾਲ ਨੇ ਸ਼ੁਰੂ ਕੀਤੀ ਸੀ ਜਦੋਂ ਪਹਿਲੀ ਸਰਕਾਰ ਬਣੀ ਹੈ। ਇੱਕ ਤਾਂ ਉਹ ਮੇਰਾ ਖਿਆਲ ਥੋੜੇ ਜਿਹੇ ਦਿਨ ਨਾਲ ਹੀ ਬਣੀ ਸੀ, ਫੇਰ ਬਣ ਗਈ ਸੀ 2015 ਦੇ ਵਿੱਚ ਪੂਰੀ ਸਰਕਾਰ ਬਣ ਗਈ ਸੀ। ਉਦੋਂ ਕਹਿੰਦਾ ਸੀ ਵੀ ਜੋ ਮਰਜ਼ੀ ਆ ਕਰੋ ਤੁਸੀਂ, ਬਸ ਇੱਕ ਸਟਿੰਗ ਬਣਾ ਕੇ ਦੇ ਦਿਓ ਤੇ ਆਪਾਂ ਕੰਮ ਉਸੇ ਤੇ ਕਰ ਦਿਆਂਗੇ ਜੀ। ਤੇ ਉਹ ਸਟਿੰਗ ਪੰਜਾਬ 'ਚ ਵੀ ਸ਼ੁਰੂ ਹੋਇਆ ਵਾ। ਇੱਕ ਉਹ ਮੁੱਖ ਮੰਤਰੀ ਵਾਲੀ ਨਹੀਂ ਹੈਗੀ ਹੈਲਪਲਾਈਨ, ਉਹਦੇ ਤੇ ਭੇਜਿਆ ਵੀ ਸੀਗਾ ਜੀ। ਉੱਥੇ ਵੱਟਿਆ ਕੀ ਗਿਆ? ਉਹ ਤਾਂ ਜਿਹੜਾ ਉਲਟ ਜਾਂਦਾ ਉਹਦਾ ਨਹੀਂ ਨਾ ਵੱਟੀ ਦਾ। ਜਿਹੜਾ ਹੁਣ ਪੁਲ ਮੱਲਾਂਵਾਲ ਥਾਣੇ ਦੇ ਵਿੱਚੋਂ ਸਿਪਾਹੀ ਫੜਿਆ ਸੀਗਾ ਪੈਸੇ ਲੈਂਦਾ, ਤੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਪਣੇ ਕੋਲੇ ਭੇਜਣੀ ਪਈ, ਫੇਰ ਜਾ ਕੇ ਉੱਤੇ ਕਾਰਵਾਈ, ਨਹੀਂ ਤਾਂ 5 ਦਿਨ ਉੱਤੇ ਰੁਲੀ ਗਈ ਹੈ। ਉਹ ਤਾਂ ਹੁਣ ਬਾਲਾ ਹੋ ਗਿਆ ਨਾ, ਪਰ ਲਾਈਨ ਤਾਂ ਚਲਾਤੀ ਨਾ, ਵੀ ਲਾਈਨ ਚੱਲਦੀ ਹੈ ਸਾਰੀ। ਜੀ ਜੀ। ਠੀਕ ਹੈ। ਉਹ ਕਹਿੰਦੇ ਜੀ ਉਹ ਜਿਹੜੀ ਲਾਈਨ ਚੱਲਦੀ ਹੈ ਨਾ ਸਟਿੰਗ ਵਾਲੀ, ਸਟਿੰਗ ਤੇ ਕੰਮ ਕਰਾਂਗੇ ਉਹਨੂੰ। ਸਟਿੰਗ ਤਾਂ ਫਿਰ ਜੇ ਦਾਨੇ ਵਾਲੀ ਸਾਹਿਬ ਤੁਸੀਂ ਇਹ ਦੇਖੋ, ਜਦੋਂ 2017 ਦੀ ਚੋਣ ਹੋਈ ਹੈ ਜੀ, ਉਸ ਚੋਣ ਤੋਂ ਪਹਿਲਾਂ ਇੱਕ ਸਟਿੰਗ ਹੋਇਆ ਸੀ ਸੁੱਚਾ ਸਿੰਘ ਛੋਟੇਪੁਰ ਤੇ। ਉਹ ਵੀ ਦੱਸੋ। ਉਹ ਦੱਸੋ ਵੀ ਉਸ ਸਟਿੰਗ ਚੋਂ ਨਿਕਲਿਆ ਕੀ ਅੱਜ ਤੱਕ ਕਿਸੇ ਦੇ ਸਾਹਮਣੇ ਕੱਖ ਨਹੀਂ। ਉਹਦਾ ਤਾਂ ਕਿਸ ਨਹੀਂ ਨਿਕਲਿਆ। ਤੇ ਜਿਹੜੇ ਤਾਂ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਵੀ ਇਹਦੀ ਸਾਰੀ ਰਿਕਾਰਡਿੰਗ ਵੀਡੀਓ ਆ, ਮੰਤਰੀ ਜਿਹੜਾ ਲਾਇਆ ਉਹਦੀ ਸਾਰਾ ਕੁਝ ਹੀ ਮੇਰੇ ਕੋਲ ਹੈਗਾ, ਤੇ ਉਹ ਨਾਲ ਚੜਾਈ ਫਿਰਦੇ ਆ। ਵਿਜੇ ਸਿੰਗਲਾ ਕੀ ਸਸਪੈਂਡ ਵੀ ਨਹੀਂ ਕੀਤਾ, ਉਹਨੂੰ ਨਾਲ ਚੜਾਈ ਫਿਰਦੇ। ਫਿਰ ਭਾਰਤੀ ਜਨਤਾ ਪਾਰਟੀ ਦਾ ਇੰਨਾ ਕੁ ਹੈਗਾ ਨਾ ਵੀ ਉਹਨਾਂ ਨੇ ਨੂਪਰ ਸ਼ਰਮਾ ਸਸਪੈਂਡ ਕਰਤੀ। ਇੱਕ ਉਹ ਬੀਬੀ ਜਿਹੜੀ ਹੈਗੀ ਆ ਪਾਤਰਾ ਰਾਂਚੀ ਵਾਲੀ, ਉਹਦੀਆਂ ਬਾਹਾਂ ਬੰਨੀ ਫਿਰਦੀ, ਜਿਹਦਾ 12 ਦਿਨਾਂ ਦਾ ਰਿਮਾਂਡ ਲਿਆ, ਜਿਹਨੇ ਉਹ ਕੁੜੀ ਜਿਹੜੀ ਸੀ ਆਦਿਵਾਸੀ ਕੁੜੀ ਦੇ ਉੱਤੇ ਤਸ਼ੱਦਦ ਕੀਤਾ, ਉਹਨਾਂ ਨੇ ਉਹ ਵੀ ਸਸਪੈਂਡ ਕਰਤੀ। ਆਪਾਂ ਨੂੰ ਤਾਂ ਗਿਲਾ ਇਹ ਹੈ ਕਿ ਉਹਨਾਂ ਨੇ ਡਿਸਮਿਸ ਕਿਉਂ ਨਹੀਂ ਕੀਤੇ, ਵੀ ਸਸਪੈਂਡ ਹੀ ਕੀਤੇ। ਪਰ ਇੱਥੇ ਤਾਂ ਗੱਲ ਸਸਪੈਂਡ ਵੀ ਨਹੀਂ ਕਰਦਾ ਕੋਈ। ਬਿਲਕੁਲ। ਜਿਸ ਬੰਦੇ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਜੀ ਫੜਿਆ ਗਿਆ, ਆਹ ਦੇਖੋ ਜੀ ਇਹਨੇ ਕਮਿਸ਼ਨ ਕੀਤਾ ਸੀ। ਚਲੋ ਕਈ ਬੰਦੇ ਕਹਿੰਦੇ ਜੀ ਉਹ ਮੀਟਿੰਗਾਂ ਕਰਦਾ ਫਿਰਦਾ, ਮੀਟਿੰਗਾਂ ਤਾਂ ਚਲੋ ਜੀ ਵਿਧਾਨ ਸਭਾ ਦਾ ਉਹ ਮੈਂਬਰ ਹੈ, ਜਿਹੜੀਆਂ ਕਮੇਟੀਆਂ ਦਾ ਮੈਂਬਰ ਆ ਉੱਥੇ ਜਾਊਗਾ, ਉਹਨੂੰ ਨਹੀਂ ਰੋਕਿਆ ਜਾ ਸਕਦਾ। ਪਰ ਜੇ ਪਾਰਟੀ ਮੁੱਖ ਮੰਤਰੀ ਦੀ ਨਾਲ ਜਾਂਦਾ ਹੈ, ਹਾਂ, ਜੇ ਪਾਰਟੀ ਉਹਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਮੁੱਖ ਮੰਤਰੀ ਲਾਉਂਦਾ ਤੇ ਪਾਰਟੀ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੀ, ਮਾਮਲਾ ਤਾਂ ਫਿਰ ਗੜਬੜ ਹੈ ਨਾ ਜੀ। ਠੀਕ ਹੈ। ਇਹੀ ਪੋਜੀਸ਼ਨ ਜਿਹੜੀ ਹੈਗੀ, ਜਿਹੜਾ ਹੁਣ ਉਹਨਾਂ ਨੇ ਸਟਿੰਗ ਕੀਤਾ, ਉਹ ਸਟਿੰਗ ਦੇ ਵਿੱਚੋਂ ਕਹਿੰਦੇ ਜੀ ਆਹ ਕੁਛ ਆ ਗਿਆ ਨਿਕਲ ਕੇ। ਤੇ ਇਹ ਕਹਿੰਦੇ ਇਹਦੇ ਚ ਹੁਣ ਬਿਲਕੁਲ ਬੇਨਕਾਬ ਹੋ ਗਏ ਸਿਸੋਦੀਆ ਸਾਹਿਬ ਤੇ ਕੇਜਰੀਵਾਲ ਸਾਹਿਬ ਜੀ। ਤੇ ਸਿਸੋਦੀਆ ਸਾਹਿਬ ਨੇ ਨਾਲ ਦੀ ਨਾਲ ਹੀ ਫਿਰ ਕਹਿੰਦਾ ਇਹ ਜੀ ਤਾਂ 20 ਪਏ, ਮੈਂ ਵੀ ਜਾਰੀ ਕਰ ਦੂੰਗਾ। ਤੇ ਨਾਲ ਉਹਨਾਂ ਨੇ ਇੱਕ ਹੋਰ ਦੇਖੋ ਕਿੰਨਾ ਮਤਲਬ ਕਲਾਕਾਰੀ ਕਿੰਨੀ ਆਉਂਦੀ ਹੈ ਜੀ। ਇੱਕ ਕਹਿੰਦੇ ਜੀ CBI ਦਾ ਕੋਈ ਲਾ ਅਫਸਰ ਖੁਦਕਸ਼ੀ ਕਰਕੇ ਮਰ ਗਿਆ। ਸਿਸੋਦੀਆ ਜਦੋਂ ਸੰਬਤ ਪਾਤਰਾ ਨੇ ਕਰਤਾ ਪ੍ਰੈਸ ਕਾਨਫਰੰਸ ਕਰਤੀ, ਉਹ ਸਟਿੰਗ ਆਪਰੇਸ਼ਨ ਜਾਰੀ ਕਰਤਾ, ਸਿਸੋਦੀਆ ਸਾਹਿਬ ਨੇ ਨਾਲ ਦੀ ਨਾਲ ਕਹਿੰਦੇ ਜੀ ਉਹ ਜਿਹੜਾ ਨਾ ਲਾ ਅਫਸਰ ਹੈ ਉਹਦੇ ਤੇ ਦਬਾਅ ਪਾਇਆ ਜਾ ਰਿਹਾ ਸੀ ਵੀ ਤੂੰ ਮਨੀਸ਼ ਸਿਸੋਦੀਆ ਦੇ ਖਿਲਾਫ ਕੇਸ ਬਣਾ। ਤੇ ਉਹ ਬੰਦਾ ਅੰਡਰ ਪ੍ਰੈਸ਼ਰ ਸੀ, ਉਹ ਇੰਨਾ ਜਿਹੜਾ ਹੈਗਾ ਦਬਾਅ ਥੱਲੇ ਆ ਗਿਆ ਕਿ ਉਹ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਉਹ ਖੁਦਕਸ਼ੀ ਕਰ ਗਿਆ। ਇਸ ਕਰਕੇ ਕਹਿੰਦੇ ਜੀ ਤਾਂ ਬੰਦਾ ਇਹ ਤਾਂ ਮੈਨੂੰ ਮਰਵਾਉਣ ਵਾਲੇ ਬੰਦੇ, ਮੈਨੂੰ ਫਸਾਉਣ ਵਾਸਤੇ ਇਹਨਾਂ ਨੇ ਤਾਂ ਬੰਦਾ ਮਰਵਾਤਾ। ਨਾਲ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ, ਕਹਿੰਦੇ ਜੀ ਮੈਂ ਤਾਂ ਬੈਠਾ ਤਿਆਰ, ਮੈਨੂੰ ਫੜ ਕੇ ਦੇ ਦਿਓ ਅੰਦਰ, ਤੁਸੀਂ ਆਪਦੇ ਅਫਸਰ ਕਿਉਂ ਮਰਵਾਈ ਜਾਂਦੇ ਹੋ, ਇਹਨਾਂ ਨੂੰ ਨਾ ਮਰਵਾਓ। ਵੇਖਣ ਵਾਲੇ ਨੂੰ ਤਾਂ ਹਰੇਕ ਨੂੰ ਇਹ ਲੱਗਦੀ ਹੈ ਗੱਲ ਹੈ। ਹਾਲਾਂਕਿ CBI ਨੇ ਉਹਦਾ ਖੰਡਨ ਕਰਤਾ, ਉਹ ਕਹਿੰਦੇ ਉਹ ਤਾਂ ਸਾਡੇ ਵਾਲੇ ਕੇਸ ਤੇ ਇਹਦੇ ਵਾਲੇ ਕੇਸ ਦੇ ਨਾਲ ਰਿਲੇਟਡ ਹੀ ਨਹੀਂ ਸੀ, ਉਹ ਤਾਂ ਕੇਸ ਹੀ ਕੋਈ ਹੋਰ ਦੇਖ ਰਿਹਾ ਸੀ। ਨੰਬਰ 1 ਇਹ ਹੈ ਦਾਨੇ ਵਾਲੇ ਸਾਹਿਬ ਜੀ, ਤਾਂ ਕੇਸ ਬਣ ਗਿਆ, ਮਗਰੋਂ ਖੁਦਕਸ਼ੀ ਕਰਨ ਦੀ ਕੀ ਲੋੜ ਪੈ ਗਈ। ਜਾਂਦਾ ਬੰਦਾ ਕਹਿੰਦਾ ਵੀ ਮੈਂ ਕੇਸ ਨਹੀਂ ਬਣਾਉਣਾ ਤੇ ਮੈਂ ਖੁਦਕਸ਼ੀ ਕਰਦਾ, ਹਾਲਾਂਕਿ ਕੇਸ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਜੀ। ਸੋ ਹੁਣ ਇਹ ਵੇਖਦੇ ਆ ਅਗਲੇ ਦਿਨਾਂ ਦੇ ਵਿੱਚ ਸਟਿੰਗ ਹੋਰ ਕਿਹੋ ਜਿਹੇ ਆਉਂਦੇ ਆ। ਲੇਕਿਨ ਸਟਿੰਗਾਂ ਵਾਲਾ ਕੰਮ ਹੈ ਜਿਹੜਾ ਆਪ ਸਿਖਾਇਆ ਸੀ, ਹੁਣ ਆਪਦੇ ਵਾਲੇ ਪਾਸੇ ਹੋਣਾ ਸ਼ੁਰੂ ਹੋ ਗਿਆ। ਔਰ ਅਗਲੀ ਗੱਲ ਮਰਵਾਹਾ ਕੀ ਕਹਿੰਦਾ ਹੈ, ਮਰਵਾਹਾ ਕਹਿੰਦਾ ਹੈ ਇੱਥੇ ਨਹੀਂ ਕਹਿੰਦਾ ਗੱਲ ਮੁੱਕਦੀ, ਜਿਹੜੀਆਂ ਬਲੈਕ ਲਿਸਟਡ ਪਾਰਟੀਆਂ ਸੀ, ਕੰਪਨੀਆਂ ਸੀ, ਉਹਨਾਂ ਨੂੰ ਤਾਂ ਕਹਿੰਦਾ ਆਪਦੀ ਆਪ ਘਰੋਂ ਬੁਲਾ ਕੇ ਲੈ ਕੇ ਆਏ। ਉਹ ਪੰਜਾਬ 'ਚ ਵੀ ਕਹਿੰਦਾ ਲੈ ਕੇ, ਉਹ ਕਹਿੰਦਾ ਹਾਂ, ਨਾਲੇ ਉਹਨੇ ਕਹੀ ਹੈ, ਕਹਿੰਦਾ ਪੰਜਾਬ 'ਚ ਵੀ ਇਹੀ ਨੀਤੀ ਲਾਗੂ ਹੋ ਗਈ। ਤੇ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ ਕਈ ਥਾਵਾਂ ਤੇ ਤਾਂ ਕਹਿੰਦੇ ਜੀ ਕਿਹਾ ਤਾਂ ਇਸ ਨਾਲ ਸ਼ਰਾਬ ਸਸਤੀ ਹੋਊਗੀ, ਕਈ ਥਾਵਾਂ ਤੇ ਤਾਂ ਕਹਿੰਦੇ ਜੀ ਸ਼ਰਾਬ ਮਹਿੰਗੀ ਹੋਗੀ। ਇੱਥੋਂ ਤੱਕ ਕਿ ਚੰਡੀਗੜ੍ਹ ਦੇ ਬਾਹਰਲੇ ਪਾਸੇ ਜਿਹੜੇ ਠੇਕੇ ਹੈ,
ਚੰਡੀਗੜ੍ਹ ਦੇ ਵਿੱਚ ਠੇਕੇਦਾਰਾਂ ਨੇ ਇੱਕ ਦਿਨ ਤਾਂ ਉੱਠ ਕੇ ਪ੍ਰੋਟੈਸਟ ਕਰਤਾ ਕਿ ਜੀ ਸਾਨੂੰ ਕੋਈ ਕੰਸੈਸ਼ਨ ਦਿਓ, ਪੰਜਾਬ ਦੀ ਸ਼ਰਾਬ ਸਸਤੀ ਹੋਈ ਤੇ ਲੋਕ ਤਾਂ ਸਾਡੇ ਕੋਲੋਂ ਆ ਕੇ ਪੀਣੋਂ ਹਟ ਗਏ, ਉਧਰ ਜਾਣ ਲੱਗੇ। ਮੈਂ ਹੁਣ ਇਤਕੀ ਪ੍ਰੈਕਟੀਕਲੀ ਦੇਖ ਕੇ ਆਇਆ ਵੀ ਜਾ ਕੇ ਦੇਖੀ ਤੁਸੀਂ ਚੰਡੀਗੜ੍ਹ ਦੀ ਜਿਹੜੀ ਸ਼ਰਾਬ ਦੀ ਬਾਹਰਲੀਆਂ ਦੁਕਾਨਾਂ ਹੈ, ਚੰਡੀਗੜ੍ਹ ਤੋਂ ਬਾਹਰ ਪੰਜਾਬ ਵਾਲੀਆਂ, ਜਿੰਨੀ ਸ਼ਰਾਬ ਪਹਿਲਾਂ ਸਸਤੀ ਸੀ ਹੁਣ ਜਿੰਨੀ ਮਹਿੰਗੀ ਸੀ ਹੁਣ ਉਦੋਂ ਵੀ ਮਹਿੰਗੀ ਹੈ। ਦੱਸੋ ਨਾਲੇ ਢਿੱਲੋਂ ਸਾਹਿਬ ਹੋਰ ਹੈ, ਹਾਂਜੀ। ਤੁਸੀਂ ਪੈਸਾ ਦੇ ਕੇ ਆਪਦੇ ਮਨਮਰਜ਼ੀ ਦੀ ਚੀਜ਼ ਲੈਣੀ ਹੈ, ਇੱਥੇ ਤਾਂ ਉਹ ਸਮਾਨ ਹੀ ਗਾਇਬ ਹੋਇਆ ਪਿਆ। ਨਾ ਉਹ ਤਾਂ ਫਿਰ ਏਕਾਧਿਕਾਰ ਹੈ। ਹਾਂ, ਏਕਾਧਿਕਾਰ ਉਹ ਕਹਿੰਦੇ ਸਾਡੀ ਫੈਕਟਰੀ ਸਾਡਾ ਹੀ ਸਮਾਨ, ਸਾਡਾ ਹੀ L1 ਇਸੇ ਕਰਕੇ ਇਹਦੇ ਵਿੱਚ ਕਾਨੂੰਨ ਸੀਗਾ ਵੀ ਕਨਫਲਿਕਟ ਆਫ ਇੰਟਰਸਟ ਦੇ ਵਿੱਚ ਵੀ ਪ੍ਰੋਡਿਊਸਰ ਹੈ ਜਿਹੜਾ ਮੈਨੂਫੈਕਚਰਰ ਉਹਨੂੰ ਠੇਕੇ ਨਹੀਂ ਮਿਲਣਗੇ, ਕਿਉਂਕਿ ਨਹੀਂ ਤਾਂ ਉਹ ਆਪਦੀਆਂ ਵੇਚੂਗਾ। ਉਹ ਇਹ ਇਸੇ ਕਰਕੇ ਬਣਾਇਆ ਸੀ। ਇੱਕ ਪ੍ਰੋਡਿਊਸਰ ਹੋ ਗਿਆ, ਇੱਕ ਹੋ ਗਿਆ ਥੋਕ ਦਾ ਵਪਾਰੀ। ਥੋਕ ਦੇ ਵਪਾਰੀ ਕੋਲੇ ਸਾਰਾ ਸਮਾਨ ਪਿਆ ਜੀ, ਤੇ ਉੱਥੇ ਪਰਚੂਨ ਦਾ ਵਪਾਰੀ ਚਲਾ ਗਿਆ। ਪਰਚੂਨ ਦੇ ਵਪਾਰੀ ਨੇ ਦੇਖਣਾ ਕਿ ਲਾਗਤ ਕਿਹੜੀ ਚੀਜ਼ ਦੀ ਹੈ, ਉਹਨੂੰ ਸਸਤੀ ਕਿਹੜੀ ਪੈਂਦੀ ਹੈ, ਉਹਨੇ ਚੱਕ ਕੇ ਉਹ ਦੇਖਣੀ ਹੈ। ਹੁਣ ਇੱਕੋ ਕਹਿੰਦੇ ਵੀ ਆਹੀ ਪਈ ਹੈ ਤੇ ਤੈਨੂੰ ਆਹੀ ਲੈਣੀ ਪੈਣੀ, ਤੇ ਬਾਹਰੋਂ ਲਿਆ ਤਾਂ ਪਰਚਾ ਦੇਊਂਗਾ, ਬਾਹਰੋਂ ਲਿਆ ਤਾਂ ਪਰਚਾ ਦੇਊਂਗਾ, ਆਹੀ ਇਹ ਇੱਥੇ ਆ ਕੇ ਸਾਰਾ ਗੜਬੜ ਹੋ ਗਈ ਜੀ। ਸੋ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਰੀਫਰ ਦੇ ਵਿੱਚ ਤੁਸੀਂ ਰੀਬਿਲਟ ਕਰਾਓ ਜਾਂ ਉਹਨਾਂ ਦੇ ਗੈਸ ਪਾਓ, ਕਿਸੇ ਵੀ ਸੈਮੀ ਦੀ ਤੁਸੀਂ ਇੰਜਨ ਰੀਬਿਲਟ ਤੋਂ ਲੈ ਕੇ ਟਰਾਂਸਮਿਸ਼ਨ, ਡੈਫ ਕਲੀਨਿਕ, DOT ਸੇਫਟੀ ਵੀ ਕਰਵਾ ਸਕਦੇ ਹੋ। 10224 ਰੈਜ਼ੀਡੈਂਸੀ ਰੋਡ ਮਨਾਸਸ ਤੇ ਇਹਨਾਂ ਦੀ ਲੋਕੇਸ਼ਨ ਹੈ, ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਨੇ। 8043728800 ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਤਮਾਮ ਮਕੈਨੀਕਲ ਕੰਮਾਂ ਦੇ ਲਈ ਆਪਣੇ ਸੈਮੀ ਜਾਂ ਟ੍ਰੇਲਰ ਜਾ ਸਕਦੇ ਹੋ। 1315 ਵੈਸਟਰਨ ਹਾਨਾ ਐਵੀਨਿਊ, ਇੰਡੀਅਨੈਪਲਿਸ। ਡੈਫ ਕਲੀਨਿੰਗ ਤੋਂ ਲੈ ਕੇ ਜੀ ਇੰਜਨ ਰੀਬਿਲਟ ਤੇ ਤੁਹਾਨੂੰ ਟੋ ਟਰੱਕ ਦਾ ਵੀ ਇੰਤਜ਼ਾਮ ਕਰਕੇ ਦਿੰਦੇ ਨੇ। ਬਹੁਤ ਖੁੱਲੀ ਇਹਨਾਂ ਕੋਲੇ ਪਾਰਕਿੰਗ ਵੀ ਹੈਗੀ ਹੈ। 3177977205 ਜਾਂ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ ਤੇ ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਦੇ ਨਾਲ 2535208886 ਦੇ ਉੱਤੇ 253 ਦੇ ਉੱਤੇ ਕਾਲ ਪੰਜਾਬੀ ਦੇ ਵਿੱਚ ਵੀ ਕਰ ਸਕਦੇ ਹੋ। ਮੱਖਣ ਨਾਗਰਾ ਦਾ ਸਪਾਈਸ ਪਲਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਹਾਡੀ ਮਨਪਸੰਦ ਦੇ ਇੰਡੀਅਨ ਖਾਣਾ ਜਿਹੜਾ ਤੁਹਾਨੂੰ ਮਿਲਦਾ, ਤੁਸੀਂ ਇੱਥੇ ਡਾਈਨ ਇਨ ਕਰ ਸਕਦੇ ਹੋ। ਕਿਸੇ ਵੀ ਔਨਲਾਈਨ ਡਿਲੀਵਰੀ ਤੋਂ ਆਰਡਰ ਵੀ ਕਰ ਸਕਦੇ ਹੋ ਜਾਂ ਫਿਰ ਕੈਟਰਿੰਗ ਵੀ ਕਰਵਾ ਸਕਦੇ ਹੋ। 23609104 ਐਵੀਨਿਊ ਤੇ ਡਾਈਨ ਇਨ ਲੋਕੇਸ਼ਨ ਹੈ ਜੀ, ਤੇ ਪਿਕਅਪ ਲੋਕੇਸ਼ਨ ਹੈਗੀ ਹੈ ਡਾਊਨਟਾਊਨ 1520 ਬਰਾਡਵੇ, ਸਿਆਟਲ ਤੋਂ। ਫੋਨ ਨੰਬਰ ਹੈ 2063531699 ਤੇ ਦੂਜਾ ਨੰਬਰ ਹੈ 2532467296 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਤੁਸੀਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਡਿਸਪੈਚ ਕਰਦੇ ਨੇ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਹੁਣ ਆਪਾਂ ਅੱਗੇ ਚੱਲਦੇ। ਢਿੱਲੋਂ ਸਾਹਿਬ, ਜ਼ਮਾਨਤ ਹੋਣ ਰਹੀ ਹੈ ਜੀ ਧਰਮਸੋਤ ਦੀ ਤੇ ਗਿੱਲ ਜੀਆਂ ਦੇ ਭਤੀਜੇ ਦੀ, ਕਹਿੰਦੇ ਫਿਰ ਵਾਰੀ ਹੁਣ ਅੱਗੇ ਵੀ ਚੱਲੂਗੀ। ਦੇਖੋ ਗੱਲ ਦਾਨੇਵਾਲੀਆ ਸਾਹਿਬ ਜੀ, ਜ਼ਮਾਨਤ ਤਾਂ ਗਈ ਹੋ। ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਗੱਲ ਦਾ ਅਫਸੋਸ ਹੋਊਗਾ ਜੀ ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਵੀ ਤੇ ਬੰਦੇ ਦੀ ਜ਼ਮਾਨਤ ਇੰਨੀ ਛੇਤੀ ਕਿਉਂ ਹੋ ਗਈ। ਪਰ ਜੇ ਆਪਾਂ ਕਾਂਗਰਸ ਪਾਰਟੀ ਦੀ ਹਾਲਤ ਨੂੰ ਦੇਖੀਏ ਜੀ ਤੇ ਮੇਰੇ ਖਿਆਲ ਮੁਤਾਬਕ ਹੈ ਵੀ ਫਿਰ ਇਹ ਕਹਾਂਗੇ ਵਿਚਾਰਾ ਗਰੀਬੜਾ ਜਿਹਾ ਸੀ। ਇਹਦੀ ਤਾਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਜੀ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਪਹਿਲਾ FIR ਦਰਜ ਹੋਈ ਹੈ ਉਹਦੇ ਵਿੱਚ ਸਾਧੂ ਸਿੰਘ ਧਰਮਸੋਤ ਆ ਗਿਆ ਜੀ। ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਵਜ਼ੀਰ ਹੁੰਦਾ ਸੀ। ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪਦ ਤੋਂ ਲਾਤਾ ਜੀ, ਨਾਲ ਹੀ ਸਾਧੂ ਸਿੰਘ ਧਰਮਸੋਤ ਲੈ ਗਿਆ। ਧਰਮਸੋਤ ਨੂੰ ਹਾਲਾਂਕਿ ਚੰਨੀ ਦੀ ਸਰਕਾਰ 'ਚ ਵਜ਼ੀਰ ਨਹੀਂ ਬਣਾਇਆ ਸੀ ਜੀ। ਅਮਰਿੰਦਰ ਸਿੰਘ ਦੇ ਲੱਖ ਅਹਿਸਾਨ ਹੋਣ ਦੇ ਬਾਵਜੂਦ ਉਹ ਆਪਦੀ ਪਾਰਟੀ ਨਾਲ ਜੱਜ ਕੇ ਖੜਾ ਰਿਹਾ। ਉਧਰ ਗਿਆ, ਉਹ ਕਹਿੰਦਾ ਜੀ ਮੈਂ ਤਾਂ ਪਾਰਟੀ ਨਾਲ। ਉਹਦੀ ਥਾਂ ਦੇ ਉੱਤੇ ਮਹਿਕਮਾ ਦੇਤਾ ਸੰਗਤ ਸਿੰਘ ਗਿੱਲ ਜੀਆਂ ਨੂੰ ਜੀ। ਸੰਗਤ ਸਿੰਘ ਗਿੱਲ ਜੀਆਂ ਨਵਾਂ ਵਜ਼ੀਰ ਬਣਾਤਾ। ਜਿਹੜਾ ਇਲਜ਼ਾਮ ਉਹਦੇ ਤੇ ਹੈ ਕਿ ਸਾਧੂ ਸਿੰਘ ਧਰਮਸੋਤ 500 ਰੁਪਈਆ ਲੈਂਦਾ ਹੁੰਦਾ ਸੀ ਇੱਕ ਜਿਹੜੇ ਦਰਖਤਾਂ ਨੂੰ ਪੱਟਣ ਦੇ ਪਰਮਿਟ ਦਿੱਤੇ ਜਾਂਦੇ ਸੀ। ਇੱਕ ਦਰਖਤ ਦਾ 500 ਰੁਪਈਆ ਲੈਂਦਾ ਸੀ ਉਹਦੇ 'ਚ, ਤੇ ਜੇ ਹਜ਼ਾਰਾਂ ਦਰਖਤ ਪੱਟੇ ਗਏ ਤੇ ਕਰੋੜਾਂ ਰੁਪਈਏ ਬਣ ਜਾਂਦੇ ਸੀ, ਬਣ ਗਏ। ਠੀਕ ਹੈ।
ਉਹ ਕੰਮ ਚੱਲਦਾ ਸੀਗਾ ਤੇ ਚਲੋ ਦਰਖਤਾਂ ਦੀ ਪੱਟਾ ਪਟਾਈ ਹੋ ਗਈ ਤੇ ਫਿਰ ਆ ਕੇ ਵੀ ਨਵੇਂ ਦਰਖਤ ਲਾਉਣੇ ਨਵੇਂ ਦਰਖਤ ਲਾਉਣੇ, ਫਿਰ ਉਹਨਾਂ 'ਚ ਰੱਖ ਲਿਆ। ਉਹ ਜਿਹੜੇ ਨਵੇਂ ਦਰਖਤ ਲਾਉਣੇ ਆ, ਨਵੇਂ ਦਰਖਤ ਲਾਉਣ ਵੇਲੇ ਤੱਕ ਆ ਗਏ ਸੰਗਤ ਸੁੰਗਿਲ ਜੀਆਂ ਤੇ ਅਫਸਰ ਤੇ ਜਿਹੜਾ ਅਮਲਾ ਫੈਲਾ ਤਾਂ ਉਹੀ ਹੁੰਦਾ, ਉਹਨਾਂ ਨੇ ਦੱਸਤਾ, ਉਹ ਕਹਿੰਦੇ ਜੀ ਹੁਣ ਆਪਾਂ ਪਹਿਲਾਂ ਦਰਖਤ ਪੱਟੇ ਤੇ ਹੁਣ ਆਪਾਂ ਲਾਵਾਂਗੇ ਤੇ ਲਾਉਣਾ ਇਹ ਦਰਖਤਾਂ ਨੂੰ ਫਿਰ ਆਪਾਂ ਬਚਾਵਾਂਗੇ। ਬਚਾਉਣਾ ਚਾਹੀਦੇ ਟਰੀ ਗਾਰਡ। ਉਹ 500 ਲੈਂਦਾ ਸੀ ਜੀ, ਉਹਨੇ ਟਰੀ ਗਾਰਡ ਦੇ ਵਿੱਚੋਂ ਮੇਰੇ ਖਿਆਲ 800 ਕੇ 1000 ਕਰਤਾ। ਅੱਛਾ ਜੀ। ਇੱਕ ਦੇ ਵਿੱਚ ਉਹਨੇ ਵੀ ਲੈਣੇ ਸ਼ੁਰੂ ਕਰਤੇ। ਉਹ ਪੈਸੇ ਲੈ ਜਾਂਦੇ ਸੀ, ਸ਼ਾਇਦ 800 1000 ਸਾਰਾ ਸੀ, ਉਹਦੇ ਵਿੱਚ ਹਿੱਸਾ ਉਹਦਾ ਆ ਗਿਆ। ਉਹ ਕਹਿੰਦੇ ਜੀ ਉਹ ਪੁਰਾਣਾ ਬੰਦਾ ਸੀਗਾ, ਉਹਨੂੰ ਨਾ ਹਿਸਾਬ ਕਿਤਾਬ ਨਹੀਂ ਹੁੰਦਾ ਸੀ, ਭਤੀਜੇ ਨੂੰ ਆਉਂਦਾ ਸੀ ਦਲਜੀਤ ਸਿੰਘ ਗਿੱਲ ਦੀਆਂ ਵਿੱਚੇ ਰਗੜਤਾ। ਸਾਧੂ ਸਿੰਘ ਧਰਮਸੋਤ ਨੂੰ ਤਾਂ ਅਮਲੋ ਉਹਦੇ ਘਰੋਂ ਅੱਧੀ ਕੁ ਨੂੰ ਚੱਕ ਲਿਆ। ਕਹਿੰਦੇ ਹੁੰਦੇ ਆ ਨਾ ਆਪਣੇ ਸਵੇਰੇ 3 ਵਜੇ ਚੱਕਦੇ, ਉਹਨੂੰ ਚੱਕ ਲਿਆਂਦਾ। ਉਦਣੀ ਆਪਣੇ ਸਿੱਧੂ ਮੂਸੇਵਾਲੇ ਦੇ ਘਰ ਅਫਸੋਸ ਕਰਨ ਵਾਸਤੇ ਆਉਣਾ ਸੀਗਾ ਰਾਹੁਲ ਗਾਂਧੀ ਨੇ। ਤੇ ਗਿਲਜੀਆਂ ਸਾਹਿਬ ਰਾਹੁਲ ਗਾਂਧੀ ਨੂੰ ਲੈਣ ਚਲੇ ਗਏ। ਅੱਛਾ। ਉੱਥੇ ਪਤਾ ਲੱਗਿਆ ਜੋ ਟੀਵੀ ਚੈਨਲ ਤੇ ਦੇਖਿਆ ਖਬਰ ਆਈ ਜਾਂਦੀ ਵੀ ਪਰਚਾ ਤਾਂ ਤੇਰੇ ਖਿਲਾਫ ਹੀ ਦਰਜ ਹੋ ਰਿਹਾ। ਉਹ ਤਾਂ ਬਹਿ ਕੇ ਨਿਕਲ ਗਿਆ ਉੱਥੋਂ। ਐਂਟੀਸਪੇਟਰੀ ਬੇਲ ਵਾਸਤੇ ਐਪਲੀਕੇਸ਼ਨ ਲਾਤੀ, ਕੁਝ ਦਿਨ ਅੰਡਰਗਰਾਉਂਡ ਰਹੇ ਤੇ ਉਹਦੀ ਅਰੈਸਟ ਹੋ ਗਈ ਸਟੇ। ਲਓ ਜੀ, ਵਿਚਾਰੇ ਦੀ ਧਰਮਸੋਤ ਦੀ ਮੈਂ ਹੁਣ ਵਿਚਾਰਾ ਤੇ ਵਿਚਾਰ ਰਿਹਾ ਕਿਉਂਕਿ ਇਹਨਾਂ ਨੂੰ ਗਰੀਬ ਬਣਾਇਆ ਵੀ ਉਹਦੀ ਕਿਸੇ ਕਾਂਗਰਸੀ ਨੇ ਬਾਤ ਹੀ ਨਹੀਂ ਪੁੱਛੀ। ਅੱਛਾ ਜੀ। ਜਦੋਂ ਹਵਾਲਾਤ 'ਚ ਬੈਠਾ ਸੀ ਕਿਸੇ ਨੇ ਨਹੀਂ ਪੁੱਛੀ। ਖਿੱਚਪਾੜ ਵੀ ਖੈਰ ਤੁਹਾਨੂੰ ਪਤਾ ਹੀ ਪੁਲਿਸ ਕਰ ਹੀ ਦਿੰਦੀ ਹੈ। ਤਕੜਾ ਬੰਦਾ ਤਾਂ ਸ਼ਾਇਦ ਕੋਈ ਨਹੀਂ ਵੇਖਣ ਤੁਸੀਂ। ਆਸ਼ੂ ਨਹੀਂ ਸੀ ਨਾ, ਆਸ਼ੂ 500 ਰੁਪਏ ਦਰਖਤ ਵਾਲਾ ਸੀਗਾ। ਆਸ਼ੂ ਦੀ ਹੁਣ ਸਥਿਤੀ ਦੇਖੋ ਵੀ ਆਸ਼ੂ ਦੇ ਲੀੜੇ ਕੱਪੜੇ ਕਿਹੋ ਜਿਹੇ ਪਾਏ ਹੈ, ਉਹਦੇ ਜਿਹੜੇ ਵਾਲਾਂ ਦੀ ਸੈਟਿੰਗ ਥੋੜਾ ਲੱਗਦਾ ਵੀ ਅੰਦਰ ਫਿਰਦਾ। ਹਾਂ, ਉਹ ਮਤਲਬ ਜਦੋਂ ਪੇਸ਼ੀ ਤੇ ਆਉਂਦਾ ਸੀ ਨਾ ਦਿਖਾਉਂਦਾ ਸੀ ਪੱਤਰਕਾਰਾਂ ਨੂੰ ਮੈਂ ਹੈਗਾ। ਸਾਧੂ ਸਿੰਘ ਧਰਮਸੋਤ ਦੀ ਤਾਂ ਵਿਚਾਰੇ ਦੀ ਜ਼ਰੂਰਤ ਹੀ ਨਹੀਂ ਪਈ। ਮੁੜ ਕੇ ਉਹਨੂੰ ਤਾਂ ਫੜ ਕੇ ਹਵਾਲਾ 'ਚ ਦਿੱਤਾ ਤੇ ਨਾ ਯਾਰ ਉਹਦੇ ਮਗਰ ਵੀ ਨਹੀਂ ਗਿਆ ਕੋਈ। ਤੇ ਆਸ਼ੂ ਦੀ ਖਾਤਰ ਤਾਂ ਵਿਜੀਲੈਂਸ ਦਾ ਦਫ਼ਤਰ ਜਾ ਕੇ ਘੇਰ ਲਿਆ ਸੀ। ਜਦੋਂ ਬੰਦਿਆਂ ਨਾਲ ਐਡੀ ਬੇਇਨਸਾਫੀ ਹੋਵੇ, ਇੱਕ ਗਰੀਬ ਤੇ ਅਮੀਰ ਬੰਦੇ ਦਾ ਵੀ ਫਰਕ, ਭ੍ਰਿਸ਼ਟਾਚਾਰ ਦੇ ਵਿੱਚ ਵੀ ਦਾਨੇ ਵਾਲੀ ਹਿਸਾਬ ਨਾਲ ਇੱਥੇ ਵੀ ਸਾਲੀ ਗਰੀਬੀ ਅਮੀਰੀ ਕੰਮ ਕਰਦੀ ਹੈ। ਬਿਲਕੁਲ, ਕਿਉਂਕਿ ਇਹ ਤੁਸੀਂ ਵੀ ਜੀ ਵੱਡੇ ਬੰਦੇ ਦਾ ਵੱਡਾ ਹਾਜਮਾ, ਛੋਟੇ ਦਾ ਛੋਟਾ ਹਾਜਮਾ। ਵੀ ਗਰੀਬ ਨੂੰ ਤਾਂ ਪੁੱਛਿਆ ਨਹੀਂ ਯਾਰ ਵੀ ਇਹ ਹੁਣ ਕੀ ਦਰਖਤਾਂ ਦੇ ਵਿੱਚੋਂ ਇਹਨੇ 1000 ਰੁਪਇਆ ਤਾਂ ਆਪ ਲਿਆ, 500 ਲਿਆਏ ਤਾਂ ਕੀ ਲਵਾਂਗੇ। ਉੱਥੇ ਟਰੱਕਾਂ ਦੇ ਟਰੱਕ ਝੋਨੇ ਦੇ ਆਏ ਸੀ। ਉਹ ਨਾਲ ਇੱਕ ਹੋਰ ਆ ਗਈ ਨਾ ਜੀ ਉਹਦੇ 'ਚ, ਕਹਿੰਦੇ ਜਿਹੜੀ ਇੱਕ ਹੋਰ ਫੜੀ ਗਈ ਨਾ, ਚੈਟਿੰਗ ਫੜੀ ਗਈ ਜਾਂ ਕੋਈ ਆਡੀਓ ਫੜੀ ਗਈ ਜਿਹੜੀ ਆਈ ਹੈ, ਜਿਹੜੀ ਪਹਿਲੀ ਇਲੈਕਸ਼ਨ ਵੇਲੇ ਕਹਿੰਦੇ ਸੰਦੀਪ ਸੰਧੂ ਦਾ OSD ਦਾ ਵੀ ਚੱਕ ਲੈਣਾ ਉੱਥੇ ਵੀ। ਉਹ ਨਹੀਂ ਉਹ ਆ ਗਏ ਸੀ। ਉਹ ਕਹਿੰਦੇ ਜਦੋਂ ਗੱਲ ਕਰਦੇ ਸੀ ਕਹਿੰਦੇ ਰਾਹੁਲ ਗਾਂਧੀ ਦੀ ਰੈਲੀ ਹੈ ਚੋਣਾਂ ਵੇਲੇ, ਵੀ ਰਾਹੁਲ ਗਾਂਧੀ ਦੀ ਰੈਲੀ ਹੈ ਤੇ ਉਹਦੇ ਵਾਸਤੇ ਪੈਸੇ ਚਾਹੀਦੇ, ਉਹ ਵੀ ਆਡੀਓ ਤੁਰੀਆਂ ਫਿਰਦੀਆਂ। ਅੱਛਾ। ਜਦੋਂ ਹੁਣ ਪੈਸੇ ਰਾਹੁਲ ਗਾਂਧੀ ਤੱਕ ਦੀ ਰੈਲੀ ਤੱਕ ਜਾਂਦੇ ਸੀ, ਹਾਂ ਜਿਵੇਂ ਆਪਾਂ ਇੱਥੇ ਕਰਕੇ ਹਟੇ ਆ ਵੀ ਗੁਜਰਾਤ ਤੱਕ ਜਾਂਦੇ ਆ, ਉਧਰ ਵੀ ਸਾਰੇ ਪਾਸੇ ਜਾਂਦੇ। ਜੇ ਉੱਥੋਂ ਤੱਕ ਜਾਂਦੇ ਸੀ ਤੇ ਉਹ ਜਿਹੜੇ ਪੈਸੇ ਜੇ ਉੱਥੇ ਜਾਂਦੇ ਸੀ ਤੇ ਉਹ ਪੈਸੇ ਕਿੰਨਾ ਦੇ ਰਾਹੀਂ ਜਾਂਦੇ ਸੀ। ਹਰੀਸ਼ ਰਾਵਤ ਆਪਣਾ ਚੌਧਰੀ ਰਾਵਤ ਹੁੰਦਾ ਸੀ ਤਾਂ ਚਲਾ ਗਿਆ ਸੀ, ਫਿਰ ਆ ਗਿਆ ਸੀ ਹਰੀਸ਼ ਚੌਧਰੀ। ਅਸੀਂ ਨਹੀਂ ਕਹਿੰਦੇ ਹਰੀਸ਼ ਚੌਧਰੀ ਬੇਈਮਾਨ ਹੈ, ਡਿੰਪਾ MP ਹੈ ਕਾਂਗਰਸ ਪਾਰਟੀ ਦਾ, ਉਹਨੇ ਕਿਹਾ ਯਾਰ ਬਾਰਮੇਡ ਦਾ ਠੱਗ ਜਿਹੜਾ ਆ ਕੇ ਇੱਥੇ ਬਹਿ ਗਿਆ ਆ ਕੇ, ਤੇ ਫਿਰ ਤੁਸੀਂ ਇਹ ਵੀ ਉਹ ਪੈਸੇ ਤਾਂ ਕਿੱਥੋਂ ਤੱਕ ਗਏ ਹੋਣਗੇ। ਜਿਹੜੇ ਧਰਨੇ ਵੀ ਲੱਗੇ ਇਹਦੀ ਖਾਤਰ, ਆਸ਼ੂ ਦੀ ਖਾਤਰ, ਉਹ ਧਰਨੇ ਵੀ ਕਹਿੰਦੇ ਹਰੀਸ਼ ਚੌਧਰੀ ਦੀ ਹਦਾਇਤੀ ਲੱਗੇ ਸੀ। ਤੇ ਇੱਕ ਦਿਨ ਤਾਂ ਹਰੀਸ਼ ਚੌਧਰੀ ਆਪ ਵੀ ਬਹਿ ਗਏ ਸੀ ਆ ਕੇ, ਮੁੜ ਕੇ ਤਾਂ ਪੰਗਾ ਪਾ ਲਿਆ ਖਹਿਰੇ ਨੇ। ਉਹ ਕਹਿੰਦਾ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲੜਨਾ ਚਾਹੀਦਾ ਸਾਨੂੰ, ਤੁਸੀਂ ਇਹ ਕਰੀ ਕੀ ਜਾਂਦੇ ਹੋ। ਇਹ ਕਰੀ ਤਾਂ ਕਹਿੰਦੇ ਸੀ ਵੀ ਖਹਿਰੇ ਨੂੰ ਕਾਰਨ ਦੱਸੋ, ਨੋਟਿਸ ਜਾਰੀ ਕਰਤਾ। ਪਰ ਮੇਰਾ ਖਿਆਲ ਹੈ ਵੀ ਖਹਿਰੇ ਨੇ ਜੋ ਉੱਪਰ ਹਾਈ ਕਮਾਂਡ ਨੂੰ ਦੱਸਿਆ, ਉਹਨਾਂ ਹਾਈ ਕਮਾਂਡ ਨੇ ਥੋੜਾ ਬਹੁਤਾ ਤਾੜਿਆ, ਫਿਰ ਭਾਵੇਂ ਧਰਨਾ ਵੀ ਚੱਕ ਲਿਆ। ਤੇ ਹਰੀਸ਼ ਚੌਧਰੀ ਨੇ ਕਿਸੇ ਨੇ ਪੁੱਛਿਆ ਵੀ ਪੱਤਰਕਾਰ ਨੇ ਵੀ ਤੁਸੀਂ ਜੀ ਉਹ ਖਹਿਰੇ ਨੂੰ ਜਿਹੜਾ ਨੋਟਿਸ ਦਿੱਤਾ, ਕਹਿੰਦਾ ਮੈਂ ਤਾਂ ਥੋਤੋਂ ਸੁਣ ਰਿਹਾ, ਮੈਂ ਕਿਹੜਾ ਨੋਟਿਸ ਦਿੱਤਾ, ਕੋਈ ਨੋਟਿਸ ਦੇਣ ਵਾਲੀ ਗੱਲ ਤੋਂ ਵੀ ਮੁੱਕਰ ਗਿਆ ਸੀ। ਸੋ ਕੁੱਲ ਮਿਲਾ ਕੇ ਜਿਹੜਾ ਹੈ ਦਾਨੇ ਵਾਲੀ ਸਾਹਿਬ ਅੱਜ ਕੱਲ੍ਹ ਮੱਛਰ ਕਾਫੀ ਹੈ, ਡੇਂਗੂ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਉਹ ਗਰੀਬ ਬੰਦਾ ਵਿਚਾਰਾ ਉੱਥੇ ਪਿਆ ਸੀ। ਵੈਸੇ ਤੁਹਾਨੂੰ ਤਾਂ ਥੋੜੀ ਹੋਊਗੀ ਵੀ ਯਾਰ ਕਾਹਨੂੰ ਹੋ ਗਈ, ਮੈਨੂੰ ਇਹ ਲੱਗਦਾ ਵੀ ਯਾਰ ਵੀ ਚਲੋ ਆਸ਼ੂ ਭਾਵੇਂ 10 ਦਿਨ ਪਿਆ ਰਹੇ, ਗਰੀਬ ਨਾਲ ਥੋੜੀ ਜਿਹੀ ਇੰਨੀ ਹਮਦਰਦੀ ਤਾਂ ਚਾਹੀਦੀ ਹੈ ਨਾ, ਜੇ ਉਹਦੀ ਜ਼ਮਾਨਤ ਹੋ ਗਈ। ਸਾਨੂੰ ਤੇ ਅਫਸੋਸ ਨਹੀਂ ਪ੍ਰਗਟ ਕਰਨਾ ਚਾਹੀਦਾ। ਢਿੱਲੋਂ ਸਾਹਿਬ, ਜਿਹੜੀ ਤੁਸੀਂ ਇਹ ਗੱਲ ਮੈਨੂੰ ਨਾ ਬੈਠੇ ਮੈਂ ਵਿੱਚ ਕਾਹਨੂੰ ਟੋਕਣਾ ਸੀ, ਤੁਹਾਨੂੰ ਇੱਕ ਗੱਲ ਸੁਣਾਈ ਦਿਆਂ। ਆ ਜਿਹੜਾ ਤੁਸੀਂ ਦੱਸਿਆ ਨਾ ਵੀ ਉਹਨੇ ਪਹਿਲਾਂ ਤਾਂ ਦਰਖਤ ਪਟਾਉਣ ਦੇ ਲੈ ਲਏ ਤੇ ਦੂਜਾ ਆਇਆ ਉਹ ਲਾਉਣ ਦੇ ਲੈਣ ਲੱਗ ਪਿਆ। ਉਹ ਕਹਿੰਦੇ ਨਾ ਅਸੀਂ ਕੋਈ ਮੰਤਰੀ ਸੀ, ਉਹ ਆਪਣੇ ਜਦੋਂ ਮੱਛੀ ਪਾਲਣ ਵਿਭਾਗ ਦਾ ਬਣ ਗਿਆ ਤੇ ਆਪਣਾ ਤੁਹਾਨੂੰ ਪਤਾ ਇਲਾਕਾ ਟਿੱਬਿਆਂ ਵਾਲਾ ਸੀਗਾ। ਉਹ ਕਹਿੰਦਾ ਯਾਰ ਪੈਸੇ ਪੂਸੇ ਕਿਵੇਂ ਬਣਾਈਏ ਜੁਗਾੜ, ਤੇ ਕੋਈ ਸਿਆਣਾ ਪੀਏ ਨਾਲ ਸੀ। ਉਹ ਕਹਿੰਦਾ ਜੀ ਫਿਰ ਐਂ ਕਰਦੇ ਆ, ਤੇ ਸਰਕਾਰੀ ਪੀਏ ਹੋਊਗਾ, ਪ੍ਰਾਈਵੇਟ ਨੂੰ ਤਾਂ ਸਮਝ ਨਹੀਂ ਆਉਂਦੀ। ਤੇ ਉਹ ਕਹਿੰਦਾ ਜੀ ਆ ਟਿੱਬਿਆਂ ਦੇ ਵਿੱਚ ਨਾ ਆਪਾਂ ਮੱਛੀ ਪਾਲਣ ਖੋਲ੍ਹੀ, ਇੱਥੋਂ ਦੇ ਜੱਟ ਬੜੇ ਸ਼ੌਕੀਨ ਹੈ, ਮੱਛੀ ਮੁੱਛੀ ਖਾਂਦੇ ਆ ਚੰਗੀ, ਐਵੇਂ ਕਹਿੰਦਾ ਹਰੀ ਕੇ ਪੱਤਨ ਤੁਰੇ ਫਿਰਦੇ ਆ। ਕਹਿੰਦਾ ਵੀ ਠੀਕ ਹੈ। ਉਹਨਾਂ ਨੇ ਜੀ ਪ੍ਰੋਜੈਕਟ ਲਾਤਾ, ਬੜਾ ਪੈਸਾ ਲੱਗ ਗਿਆ ਸਰਕਾਰ ਦਾ, ਤੇ ਕਹਿੰਦੇ ਜੀ ਮੱਛੀਆਂ ਛੱਡਤੀਆਂ ਜੀ ਉੱਥੇ। ਜੋ ਮੱਛੀਆਂ ਛੱਡਤੀਆਂ, ਸਰਕਾਰ ਬਦਲ ਗਈ, ਤੇ ਦੂਜਾ ਮੰਤਰੀ ਹੈ, ਕਹਿੰਦਾ ਜਦੋਂ ਬਈ ਦੇਖੀ ਉਹਨੇ, ਕਹਿੰਦਾ ਯਾਰ ਇਹ ਤਾਂ ਪ੍ਰੋਜੈਕਟ ਹੀ ਬੜਾ ਤਕੜਾ ਹੈ, ਆਓ ਵਿਜ਼ਿਟ ਕਰੀਏ। ਜਦੋਂ ਨੇ ਵਿਜ਼ਿਟ ਕਰਨ ਗਿਆ
ਤੇ ਉੱਥੇ ਬੂਈਆਂ ਖੜੀਆਂ ਜੀ, ਕੁਛ ਵੀ ਨਾ। ਉਹਨੇ ਮੰਤਰੀ ਸੱਦ ਲਿਆ, ਕਹਿੰਦਾ ਵੀ ਆ ਜਾ ਭਾਈ। ਕਹਿੰਦਾ ਆ ਕੀ? ਕਹਿੰਦਾ ਮੈਂ ਆਪਦੇ ਦਿਮਾਗ ਖਾ ਲਿਆ, ਤੂੰ ਖਾ ਲਾ। ਕਹਿੰਦਾ ਫਿਰ ਉਹਨੇ ਹੁਕਮ ਜਾਰੀ ਕਰਤਾ ਵੀ ਇੱਥੇ ਜਿਹੜੀਆਂ ਡਿੱਗੀਆਂ ਪਾਣੀ ਵਾਲੀਆਂ ਤਲਾਅ ਹੈ, ਇਹ ਕੱਚਾ ਹੈ, ਕਿਉਂਕਿ ਟਿੱਬਿਆਂ ਦਾ ਕੰਮ ਹੈ, ਪਾਣੀ ਸੋਕ ਲੈਂਦਾ, ਦੂਜਾ ਸੱਪ ਵੜ ਜਾਂਦੇ ਤੇ ਮੱਛੀਆਂ ਦਾ ਬੀਹ ਖਾ ਜਾਂਦੇ, ਇਸ ਕਰਕੇ ਘਾਟੇ ਜਾ ਰਿਹਾ, ਇਹਨੂੰ ਪੱਕੀਆਂ ਕੀਤੀਆਂ ਜਾਣ। ਉਹਨਾਂ ਜੀ ਪੱਕੀਆਂ ਕਰਤੀਆਂ ਕਾਗਜ਼ਾਂ 'ਚ। ਫਿਰ ਆ ਗਿਆ ਤੀਜਾ। ਜੋ ਤੀਜਾ ਹੈ ਉਹ ਕਹਿੰਦਾ ਵੀ ਯਾਰ ਬੜਾ ਪ੍ਰੋਜੈਕਟ ਤਕੜਾ, ਇੱਥੇ ਆਪਾਂ ਹੀ ਵੇਖ ਲਈਏ। ਉਹ ਜਦੋਂ ਗਿਆ ਤੇ ਜਿਵੇਂ ਆਪਣੇ ਥਰਮਲ 'ਚ ਸਰਕੰਡਾ ਖੜਾ ਹੁੰਦਾ ਐਂ ਖੜਾ, ਉਹ ਦੋਵੇਂ ਸਾਦੇ। ਕਹਿੰਦਾ ਆਹ ਕੀ? ਕਹਿੰਦਾ ਬਈ ਤੂੰ ਆਪਦਾ ਦਿਮਾਗ ਲਾ। ਕਹਿੰਦਾ ਫਿਰ ਠੀਕ ਹੈ ਜੀ। ਕਹਿੰਦਾ ਉਹ ਕਹਿੰਦਾ ਵੀ ਐਂ ਕਰੋ, ਪ੍ਰੋਜੈਕਟ ਬਣਾਓ। ਇਹ ਕਹਿੰਦਾ ਇੱਥੇ ਹੁਣ ਸਾਧ ਦਾ ਹੋ ਗਿਆ ਪ੍ਰਤਾਪ, ਲੋਕ ਵੈਸ਼ਨੂ ਹੋ ਗਏ, ਇਹ ਡਿੱਗੀਆਂ ਪੂਰ ਦਿਓ, ਡਿੱਗੀਆਂ ਪੂਰ ਕੇ ਕਲੋਨੀ ਕੱਟੋ। ਠੀਕ ਹੈ ਜੀ। ਉਹਨੇ ਫਿਰ ਕਾਗਜ਼ਾਂ 'ਚ ਡਿੱਗੀਆਂ ਪੂਰਨ ਦੇ ਤੇ ਭਰਤੀਆਂ। ਸੋ ਆਹ ਕੰਮ ਜਿਹੜਾ ਹੈਗਾ ਹੁਣ ਤੀਜਿਆਂ ਨੇ ਜਿਹੜਾ ਨੇ ਪੂਰਿਆ ਨਹੀਂ, ਇਹ ਪੂਰਨ ਵਾਲਾ ਸੀ। ਤੇ ਹੁਣ ਆਪਾਂ ਗੁਜਰਾਤ ਵੱਲ ਨੂੰ ਕਰੀਏ ਜੀ। ਗੁਜਰਾਤ ਚੋਣਾਂ ਦੇ ਵਿੱਚ ਦੇਖੋ ਇੱਕ ਚੀਜ਼ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਬੀਜੇਪੀ ਦੀ ਇਨਕੰਬੈਂਸੀ ਹੁੰਦੀ ਹੈ ਉੱਥੇ ਜ਼ਰੂਰ ਜਾਂਦੀ ਹੈ। ਹੁਣ ਜਿਹੜੀ ਆਮ ਆਦਮੀ ਪਾਰਟੀ ਚੋਣਾਂ 'ਚ ਗੁਜਰਾਤ ਦੀਆਂ ਚੋਣਾਂ ਜਾਂਦੀ ਹੈ, ਇਹ ਅਸਲ 'ਚ ਬੀਜੇਪੀ ਨੂੰ ਚੁਣੌਤੀ ਹੈ ਕਿ ਕਾਂਗਰਸ ਲਈ ਚੁਣੌਤੀ ਹੈ? ਦੇਖੋ, ਦੇਖਣ ਨੂੰ ਤਾਂ ਇਉਂ ਲੱਗਦੀ ਹੈ ਕਿ ਬੀਜੇਪੀ ਦੇ ਨਾਲ ਲੜਾਈ ਹੈ, ਪਰ ਹੁਣ ਕੁਝ ਬੁੱਧੀਜੀਵੀ ਇਹ ਸੋਚ ਰਹੇ ਹੈ, ਜਿਹੜੇ ਰਾਜਨੀਤਿਕ ਦਰਸ਼ਕ ਹੈ, ਰਾਜਨੀਤਿਕ ਪੰਡਤ ਹੈ, ਹਾਂਜੀ, ਉਹ ਕਹਿੰਦੇ ਤਾਂ ਗੱਲ ਹੀ ਮਿਲ ਕੇ ਖੇਡਣ ਵਾਲੀ ਹੈ। ਕਿਉਂਕਿ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਜਾਂਦੀ ਹੈ ਉੱਥੇ ਨੁਕਸਾਨ ਕਿਹਨੂੰ ਹੁੰਦਾ ਹੈ ਜੀ? ਨੁਕਸਾਨ ਹੁੰਦਾ ਕਾਂਗਰਸ ਨੂੰ। ਆਮ ਆਦਮੀ ਪਾਰਟੀ ਦੇ ਕੋਲੇ ਆਪ ਦਾ ਵੋਟ ਬੈਂਕ ਤਾਂ ਨਹੀਂ ਹੈਗਾ। ਹਾਂਜੀ। ਉਹ ਜਿਹੜੇ ਵੋਟ ਬੈਂਕ ਨੂੰ ਤੋੜਦੀ ਹੈ, ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਪੱਕਾ ਹੈ। ਉਸ ਵੋਟ ਬੈਂਕ ਦੇ ਵਿੱਚ ਬਹੁਤਾ ਡੈਂਟ ਨਹੀਂ ਪੈਂਦਾ। 35% ਹੈ ਗੁਜਰਾਤ ਦੇ ਵਿੱਚ। ਪਿਛਲੀ ਵਾਰੀ ਤੁਸੀਂ ਦੇਖੋ, ਜਦੋਂ ਪਿਛਲੀਆਂ ਚੋਣਾਂ ਹੋਈਆਂ ਜੀ, ਭਾਰਤੀ ਜਨਤਾ ਪਾਰਟੀ ਨੇ ਪੂਰਾ ਜ਼ੋਰ ਲਾਇਆ ਸੀ। ਉਦੋਂ ਕਿੰਨੀਆਂ ਸੀਟਾਂ ਆਈਆਂ ਸੀ ਜੀ? 99 ਜੀ। ਤੇ ਕਾਂਗਰਸ ਪਾਰਟੀ ਨੂੰ ਮੇਰੇ ਖਿਆਲ 77 ਸੀਟਾਂ ਆ ਗਈਆਂ ਸੀ। ਸਰਕਾਰ ਜਿਹੜੀ ਹੈਗੀ ਇਹਨਾਂ ਦੀ ਬਣ ਗਈ ਸੀ ਤੇ ਬੜੀ ਮਤਲਬ ਕੀ ਕਹਾਂਗੇ ਆਪਾਂ, ਹੰਬ ਕੇ ਬਣੀ ਸੀਗੀ। ਹੁਣ ਜਿਹੜੀ ਹੈਗੀ ਆ ਉੱਥੇ ਆਮ ਆਦਮੀ ਪਾਰਟੀ ਚਲੀ ਗਈ ਜੀ। ਆਮ ਆਦਮੀ ਪਾਰਟੀ ਜਾ ਕੇ ਉੱਥੇ ਪੂਰਾ ਜ਼ੋਰ ਲਾ ਰਹੀ ਹੈ। ਪੰਜਾਬ ਦੇ ਵਿੱਚ ਵੀ ਜੇ ਆਪਾਂ ਦੇਖੀਏ, ਅਕਾਲੀ ਦਲ ਦੇ ਵੋਟ ਬੈਂਕ ਨੂੰ ਬਹੁਤਾ ਫਰਕ ਨਹੀਂ ਪਿਆ। ਅੱਛਾ ਜੀ। ਅਕਾਲੀ ਦਲ ਦੀਆਂ ਸੀਟਾਂ ਘਟੀਆਂ, ਵੋਟ ਬੈਂਕ ਉਹਨਾਂ ਦਾ 20% ਦੇ ਲਾਗੇ ਭਾਗੇ ਜੇ ਉੱਥੇ ਕਿਦੀ ਹੈ, ਜਿੰਨਾ ਕੁ ਇਹਨਾਂ ਦਾ ਪੱਕਾ ਵੋਟ ਬੈਂਕ ਹੁੰਦਾ ਹੈ ਜੀ। ਜ਼ਿਆਦਾਤਰ ਫਲੋਟਿੰਗ ਵੋਟ ਤੇ ਜਾਂ ਉਦੋਂ ਵੀ ਵੱਧ ਕਿਤੇ ਜਿਹੜੀ ਆ ਕਾਂਗਰਸ ਪਾਰਟੀ ਦਾ ਵੋਟ ਬੈਂਕ ਟੁੱਟ ਕੇ ਉਧਰਲੇ ਪਾਸੇ ਨੂੰ ਗਿਆ ਜੀ। ਨੁਕਸਾਨ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਬੇਸ ਤਾਂ ਉਹਦਾ ਖਤਮ ਹੋ ਰਿਹਾ। ਸੇਮ ਪੋਜੀਸ਼ਨ ਕਹਿੰਦੇ ਖੇਡ ਗੁਜਰਾਤ ਦੇ ਵਿੱਚ ਵੀ ਖੇਡੀ ਜਾ ਰਹੀ ਹੈ ਜੀ। ਕਹਿਣ ਵਾਲੇ ਇਹ ਗੱਲ ਕਹਿੰਦੇ ਆ ਲੋਕ, ਹੁਣ ਇਹਦੀ ਸੱਚਾਈ ਪਤਾ ਨਹੀਂ ਕਿੰਨੇ। ਕਹਿੰਦੇ ਜੀ ਅਸਲ ਦੇ ਵਿੱਚ ਜਿਹੜੀ ਇਹ ਯੋਜਨਾਬੰਦੀ ਹੈ, ਜਿਹੜੀ ਰਣਨੀਤੀ ਹੈ, ਇਹ ਤਾਂ ਨਾਗਪੁਰੋਂ ਬਣੀ ਹੈ ਜੀ। ਅੱਛਾ। ਨਾਗਪੁਰ ਤੋਂ ਜਿਹੜੀਆਂ ਹਦਾਇਤਾਂ ਹੁੰਦੀਆਂ ਉਹਦੇ ਮੁਤਾਬਕ ਹੀ ਚੱਲਦਾ ਹੈ। ਉਹੀ ਸਾਰੀ ਵਿਚਾਰਧਾਰਾ, ਉਹੀ ਸਾਰਾ ਮਾਮਲਾ ਜੀ। ਗੁਜਰਾਤ ਦੇ ਵਿੱਚ ਵੀ ਸਿਸਟਮ ਤਾਂ ਉਹੀ ਹੈ, ਬਸ ਉਹਦਾ ਰੰਗ ਰੂਪ ਬਦਲ ਦਿੰਦੇ। ਤਿਰੰਗਾ ਯਾਤਰਾ ਸਾਰਾ ਕੁਝ ਉਹੀ, ਸਾਰਾ ਸਿਲਸਿਲਾ ਜਿਹੜੀ ਹੈ ਜਿਹੜੀ ਮੁਸਲਿਮ ਜੇ ਕਹਿਣਗੇ ਅਸੀਂ ਵੋਟਾਂ ਪਾਉਣੇ, ਕਹਿੰਦੇ ਨਹੀਂ ਜੀ ਅਸੀਂ ਸੈਕੂਲਰ ਹਾਂ ਜੀ। ਸਾਰੀ ਚੀਜ਼ ਗੱਲਬਾਤ ਉਸੇ ਪਾਸੇ ਨੂੰ ਮੁੜਦੀ ਹੈ ਜੀ। ਇਹ ਗੱਲ ਕੱਲੀ ਗੁਜਰਾਤ ਦੇ ਵਿੱਚ ਨਹੀਂ ਹੋ ਰਹੀ, ਇਹ ਗੱਲ ਹਿਮਾਚਲ ਦੇ ਵਿੱਚ ਵੀ ਹੋ ਰਹੀ ਹੈ। ਹਿਮਾਚਲ ਦੇ ਵਿੱਚ ਪਿੱਛੇ ਤੁਸੀਂ ਦੇਖੋ, ਵੀਰਭੱਦਰ ਸਿੰਘ ਦੇ ਮਰਨ ਤੋਂ ਬਾਅਦ ਜੀ ਜਾਂ ਉਹਦੇ ਜਿਉਂਦੇ ਜੀ 3 ਉੱਥੇ ਹੋਈਆਂ ਸੀਗੀਆਂ ਜਿਮਨੀ ਚੋਣਾਂ। ਇੱਕ ਪਾਰਲੀਮੈਂਟ ਦੀ ਚੋਣ ਸੀ ਜੀ ਤੇ 2 ਸੀ ਵਿਧਾਨ ਸਭਾ ਦੀਆਂ, ਤੇ ਉਹ ਸਾਰੀਆਂ ਕਾਂਗਰਸ ਜਿੱਤ ਗਈ ਸੀ। ਹੁਣ ਇਸ ਵੇਲੇ ਦੀ ਸਥਿਤੀ ਹੈ ਕਿ ਉੱਥੇ ਆਮ ਆਦਮੀ ਪਾਰਟੀ ਜਾ ਪ੍ਰਗਟ ਹੋਈ ਜੀ। ਆਮ ਆਦਮੀ ਪਾਰਟੀ ਜਿਹੜਾ ਜ਼ੋਰ ਲਾ ਰਹੀ ਹੈ, ਉਹਦਾ ਫਾਇਦਾ ਕਿਹਨੂੰ ਹੋ ਰਿਹਾ ਤੇ ਨੁਕਸਾਨ ਕਿਹਨੂੰ ਹੋ ਰਿਹਾ ਜੀ? ਉਹਦਾ ਫਾਇਦਾ ਜਿਹੜਾ ਹੈਗਾ ਬੀਜੇਪੀ ਨੂੰ ਹੋ ਰਿਹਾ। ਅੱਛਾ ਜੀ। ਨੁਕਸਾਨ ਕਾਂਗਰਸ ਨੂੰ ਹੋ ਰਿਹਾ ਹੈ, ਕਿਉਂਕਿ ਉਹ ਕਾਂਗਰਸ ਦਾ ਵੋਟ ਬੈਂਕ ਖਿੱਚ ਰਹੀ ਹੈ। ਇਸ ਕਰਕੇ ਹੁਣ ਕੁਝ ਲੋਕ ਸੋਚਣ ਲੱਗੇ ਇਸ ਗੱਲ ਜੀ ਕਿ ਇਹ ਤਾਂ ਖੇਡ ਹੀ ਕੁਝ ਹੋਰ ਹੈ, ਉਹ ਆਪਾਂ ਸਮਝ ਨਹੀਂ ਸਕੇ। ਇਹ ਵੈਸੇ ਢਿੱਲੋਂ ਸਾਹਿਬ ਸਮਝ ਤਾਂ ਲੋਕਾਂ ਨੂੰ ਹੌਲੀ ਹੌਲੀ ਹੁਣ ਕਲੀਅਰ ਹੋ ਗਈ, ਆਪਣੇ ਵਾਲਿਆਂ ਨੂੰ ਵੀ ਹੋ ਗਈ ਜਿਹੜੇ ਬਾਹਰ ਬੈਠੇ ਆ, ਵੀ ਅਸਲ 'ਚ ਕਹਾਣੀ ਹੈ ਜਦੋਂ ਆਪਾਂ ਇਹ ਗੱਲਾਂ ਕਹਿੰਦੇ ਸੀ ਆਪਣੇ ਤੇ ਕਚੀਚੀਆਂ ਵੜਦੇ ਸੀ ਸਾਰੇ, ਪਰ ਆਪਾਂ ਤਾਂ ਉਦੋਂ ਸਮਝ ਲਿਆ ਸੀ ਜਿਹੜਾ ਵਰਕਿੰਗ ਸਟਾਈਲ ਹੈ ਇਹਨਾਂ ਦਾ, ਉਹ ਸਾਨੂੰ ਕਲੀਅਰ ਕਰਦਾ ਸੀ ਵੀ ਆਪਾਂ ਤਾਂ ਉੱਥੋਂ ਹੀ ਸ਼ਾਇਦ ਜਿੱਥੋਂ ਪਾਰਟੀ ਬਣੀ ਹੈ ਉੱਥੇ ਜਾ ਕੇ ਜੜ ਫੜ ਲਈ ਸੀ, ਇੱਥੋਂ ਨਿਕਲੀ ਹੈ। ਹਾਂ, ਵਿਵੇਕਾਨੰਦ ਫਾਊਂਡੇਸ਼ਨ ਚੋਂ। ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹੁਣ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ, ਫਿਰ ਮੁਲਾਕਾਤ ਹੋਏਗੀ ਕੱਲ੍ਹ ਨੂੰ। ਸੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।